ਆਇਲਟਸ ਹੈ ਇਹ ਪੰਜਾਬ ਵਾਸਤੇ ਭਾਰਤ ਵਾਸਤੇ ਇੱਕ ਸ਼ਰਾਫ ਹੈ ਜਾਂ ਵਰਦਾਨ ਹੈ? ਜਦੋਂ ਆਇਲਟਸ ਆਇਆ ਸੀ ਨਾ ਉਦੋਂ ਇੱਕ ਚੀਜ਼ ਇਹਨੇ ਤੋੜਤੀ ਸੀ, ਉਹ ਸੀਗੇ ਦਾਜ। ਆਇਲਟਸ ਦਾ ਇੱਕ ਫਾਇਦਾ ਜ਼ਰੂਰ ਹੋਇਆ ਕਿ ਜਦੋਂ ਹੁਣ ਜਿਹੜੇ ਮੁੰਡੇ ਵਾਲੇ ਮੂੰਹ ਟੱਟਦੇ ਸੀ ਉਹਨਾਂ ਨੂੰ ਥੋੜਾ ਠੰਡੇ ਰਹਿ ਕੇ ਰਹਿਣਾ ਪੈ ਗਿਆ ਵੀ ਹੁਣ ਵੀ ਅਸੀਂ ਕੁੜੀ ਤੋਂ ਕੁਝ ਮੰਗ ਨਹੀਂ ਸਕਦੇ। ਇਮੀਗ੍ਰੇਸ਼ਨ ਏਜੰਟਾਂ ਦੇ ਪਿੱਛੇ ਲੱਗ ਕੇ ਕੁਛ ਵੀ ਕਰਨ ਦਾ ਕਲਚਰ, ਬਾਹਰ ਜਾਣ ਨੂੰ ਐਡਾ ਵੱਡਾ ਬਣਾਉਣ ਦਾ ਕਲਚਰ, ਸਾਰਾ ਕੁਝ ਪੰਜਾਬ ਨੂੰ ਤਬਾਹ ਕਰ ਰਿਹਾ। ਸਾਡੀ ਕੁੜੀ ਦਾ ਆਇਲਟਸ ਕੀਤਾ ਹੋਊਗਾ, ਉਹਨੂੰ ਤੁਸੀਂ ਪੈਸੇ ਲਾ ਕੇ ਬਾਹਰ ਭੇਜੋਗੇ, ਬਾਅਦ 'ਚ ਤੁਹਾਡੇ ਮੁੰਡੇ ਨੂੰ ਬਾਹਰ ਲੈ ਜਾਊਗੀ। ਦੇਖੋ ਪਹਿਲੀ ਗੱਲ ਤਾਂ ਸਿਸਟਮ ਬਹੁਤ ਹੀ ਜ਼ਿਆਦਾ ਗਲਤ ਹੈ। ਜੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ, ਤੁਸੀਂ ਬਾਹਰ ਜਾਣਾ ਤਾਂ ਫਿਰ ਜ਼ਰੂਰੀ ਤਾਂ ਨਹੀਂ ਵੀ +2 ਤੋਂ ਬਾਅਦ ਹੀ ਜਾਣਾ। ਹੁਣ ਰਿਸ਼ਤਾ ਹੀ ਇਸ ਚੀਜ਼ ਤੇ ਜੁੜਨ ਲੱਗ ਗਿਆ ਕਿ ਕੁੜੀ ਦੇ ਬੈਂਡ ਕਿੰਨੇ ਆ। ਮੁੰਡੇ ਦਾ ਮਿਹਣਾ ਇਹੀ ਹੁੰਦਾ ਵੀ ਅਸੀਂ ਪੈਸੇ ਲਾਏ ਤਾਂ ਤੂੰ ਬਾਹਰ ਗਈ, ਨਹੀਂ ਤਾਂ ਤੂੰ ਵੀ ਬਾਹਰ ਨਹੀਂ ਜਾ ਸਕਦੀ ਸੀ। ਕੁੜੀ ਇਹ ਮਿਹਣਾ ਮਾਰ ਸਕਦੀ ਮੈਂ ਆਇਲਟਸ ਕੀਤਾ, ਜੇ ਨਾ ਕਰਦੀ ਤੂੰ ਬਾਹਰ ਨਹੀਂ ਆ ਸਕਦਾ ਸੀ। ਬਾਹਰ ਜਾ ਕੇ ਕੁੜੀਆਂ ਦੇ ਕੁਝ ਬਦਲਣ ਦੇ ਕਾਰਨ ਨੇ, ਮੈਂ ਇਹੀ ਪੁੱਛਣਾ ਚਾਹੂੰਗਾ ਕਿ ਜਿਹੜੇ ਬਦਲਣ ਦੇ ਕਾਰਨ ਨੇ ਆਖਰ ਉਹ ਕੀ ਇਫੈਕਟ ਪਾਉਂਦਾ ਉਹਨਾਂ ਕੁੜੀਆਂ ਨੂੰ? ਉਹ ਇੱਧਰ ਰਹਿੰਦੇ ਬਹੁਤ ਟਾਈਮ ਵਿਹਲੇ ਸਪੈਂਡ ਕਰਦੇ ਆਪਸ ਦੇ ਵਿੱਚ, ਵਿਹਲੀਆਂ ਗੱਲਾਂ ਕਰਦੇ ਆ। ਉਹ ਸਾਰੀਆਂ ਚੀਜ਼ਾਂ ਨੂੰ ਗਲਤ ਲੱਗਣ ਲੱਗ ਜਾਂਦੀਆਂ ਵੀ ਨਹੀਂ ਉਹ ਕੈਨੇਡਾ ਦੇ ਹਿਸਾਬ ਦੇ ਨਾਲ ਵਿਕਸਿਤ ਨਹੀਂ ਹੋਏ ਹੁੰਦੇ, ਕਿਉਂਕਿ ਉਹ ਇੱਧਰ ਹੀ ਰਹੇ ਹੁੰਦੇ ਅਜੇ। ਪਰ ਉਹਨੂੰ ਲੱਗਦਾ, ਮੁੰਡੇ ਨੂੰ ਲੱਗਦਾ ਵੀ ਨਹੀਂ ਇਹਦੀਆਂ ਗੱਲਾਂ ਬਦਲ ਗਈਆਂ ਤਾਂ ਹਵਾ 'ਚ ਆ ਗਈ, ਇਹ ਜ਼ਿਆਦਾ ਸਿਆਣੀਆਂ ਗੱਲਾਂ ਕਰਨ ਲੱਗ ਗਈ, ਐਂ ਹੋ ਗਿਆ। ਜੋ ਰਿਸ਼ਤਾ ਵੀ ਕਿਉਂ ਨਹੀਂ ਬਚਾ ਸਕਦੇ ਨੇ, ਛੋਟੀਆਂ ਗੱਲਾਂ ਤੇ ਲੜ ਵੀ ਕਾਹਤੋਂ ਪੈਂਦੇ ਨੇ? ਇਹਦਾ ਵੱਡਾ ਕਾਰਨ ਕਿ ਉਹਨਾਂ ਦੀ ਉਮਰ ਹੀ ਐਡੀ ਛੋਟੀ ਹੁੰਦੀ ਹੈ। ਉਹ ਹੁੰਦੇ ਬਚਪਨੇ 'ਚ ਅਜੇ 20 ਸਾਲ ਕੋਈ ਉਮਰ ਥੋੜ੍ਹੀ ਹੁੰਦੀ ਹੈ ਵਿਆਹ ਦੀ। ਸਤਿ ਸ਼੍ਰੀ ਅਕਾਲ, ਮੈਂ ਜਸਪ੍ਰੀਤ ਤੇ ਤੁਸੀਂ ਦੇਖ ਰਹੇ ਹੋ ਜ਼ਿੰਦਾਬਾਦ ਚੈਨਲ। ਪੰਜਾਬ ਦੇ ਵਿੱਚ ਇੱਕ ਗੰਭੀਰ ਮਸਲਾ ਬਣ ਚੁੱਕਿਆ ਆਇਲਟਸ ਦਾ ਕੀ ਮਸਲਾ ਹੈ ਨਾ, ਅੱਜ ਕੱਲ੍ਹ ਦੇ ਜਿੰਨਾ ਵੀ ਯੂਥ ਹੈ, ਬੇਸ਼ੱਕ ਉਹ ਕੁੜੀਆਂ ਹੋਣ ਬੇਸ਼ੱਕ ਉਹ ਮੁੰਡੇ ਹੋਣ, ਆਇਲਟਸ ਕਰਨ ਨੂੰ ਭੱਜਦੇ ਨੇ ਕਿ ਪੰਜਾਬ 'ਚ ਹੀ ਭੱਜਦੇ ਨੇ ਕਿ ਅਸੀਂ ਪੰਜਾਬ 'ਚ ਹੀ ਹੁਣ ਆਇਲਟਸ ਕਰ ਲਈਏ, ਪੜ੍ਹਾਈ ਕਰ ਲਈਏ ਆਇਲਟਸ ਦੀ ਅਤੇ ਉਸ ਤੋਂ ਬਾਅਦ ਅਸੀਂ ਬਾਹਰ ਚੱਲ ਜਾਈਏ। ਬਾਹਰ ਵੀ ਲੇਬਰ ਦਾ ਕੰਮ ਕਰਨਾ, ਮਜ਼ਦੂਰੀ ਕਰਨੀ, ਖਰਚਾ ਕਰਕੇ ਜਾਂਦੇ ਨੇ, ਪਰ ਫਿਰ ਇੱਥੇ ਕਿਉਂ ਨਹੀਂ? ਸੋ ਇਸ ਮੁੱਦੇ ਨੂੰ ਖਾਸ ਤੌਰ 'ਤੇ ਲੈ ਕੇ, ਕਿਉਂਕਿ ਇਹ ਟੌਪਿਕ ਜਿਹੜਾ ਖਾਸ ਕਰ ਕੁੜੀਆਂ ਦੇ ਲਈ ਹੈ, ਸੋ ਗੱਲਬਾਤ ਕਰਾਂਗੇ ਅੱਜ ਆਪਾਂ। ਸਾਡੇ ਸੀਨੀਅਰ ਪੱਤਰਕਾਰ ਬਾਈ ਗੁਰਪਾਲ ਬਰਾੜ ਸਾਡੇ ਵਿੱਚ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਜਿਹੜਾ ਪੰਜਾਬ 'ਚ ਅੱਜ ਇੱਕ ਨਵੀਂ ਟਰੈਂਡ ਚੱਲਿਆ, ਫੈਸ਼ਨ ਚੱਲ ਰਿਹਾ ਕਿ ਆਇਲਟਸ ਕਰਨੀ ਹੈ ਅਤੇ ਕੁੜੀ ਹੋਵੇ ਜਾਂ ਮੁੰਡਾ, ਬੇਸ਼ੱਕ ਤੇ ਜ਼ਿਆਦਾ ਅੱਜ ਪੰਜਾਬ 'ਚ ਕਿ ਕੁੜੀਆਂ ਆਇਲਟਸ ਕਰ ਰਹੀਆਂ ਨੇ। ਇਹ ਹੁਣ ਜੇ ਮੈਂ ਪੁੱਛਣਾ ਚਾਹੂੰਗਾ ਕਿ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜੀ ਆਇਲਟਸ ਹੈ ਇਹ ਪੰਜਾਬ ਵਾਸਤੇ ਭਾਰਤ ਵਾਸਤੇ ਇਹ ਇੱਕ ਸ਼ਰਾਫ ਹੈ ਜਾਂ ਵਰਦਾਨ ਹੈ? ਦੇਖੋ ਪਤਾ ਕੀ ਗੱਲ ਹੈ, ਜਦੋਂ ਆਇਲਟਸ ਆਇਆ ਸੀ ਨਾ ਉਦੋਂ ਇੱਕ ਚੀਜ਼ ਇਹਨੇ ਤੋੜਤੀ ਸੀ, ਉਹ ਸੀਗੇ ਦਾਜ। ਜੀ। ਮਤਲਬ ਪਹਿਲਾਂ ਕੀ ਹੁੰਦਾ ਸੀਗਾ ਵੀ ਜਿਹਦੇ ਕੋਲੇ 5 ਕਿੱਲੇ ਜ਼ਮੀਨ ਹੋਣੀ ਤਾਂ ਕੁੜੀ ਨੇ ਚਾਹੇ ਜਿੰਨੀ ਮਰਜ਼ੀ ਪੜ੍ਹਾਈ ਕੀਤੀ ਹੁੰਦੀ, ਜਦੋਂ ਵਿਆਹ ਦੀ ਗੱਲ ਚੱਲਦੀ ਸੀ ਨਾ ਤਾਂ ਕਹਿ ਦਿੰਦੇ ਸੀ ਜੀ ਅਸੀਂ ਗੱਡੀ ਲਵਾਂਗੇ, ਅਸੀਂ ਮਤਲਬ ਵੱਡੀਆਂ 15-15 ਲੱਖ ਦੀਆਂ 10-10 ਲੱਖ ਦੀਆਂ ਗੱਡੀਆਂ ਲਈ ਮੂੰਹ ਅੱਡ ਕੇ ਖੜ੍ਹ ਜਾਂਦੇ ਸੀ, ਸੋਨੇ ਲਈ, ਫਿਰ ਕੈਸ਼ ਪੈਸੇ ਲਈ ਮੂੰਹ ਟੱਡ ਕੇ ਖੜ੍ਹ ਜਾਂਦੇ ਹੁੰਦੇ ਸੀ ਲੋਕ। ਪਰ ਹੁਣ ਇਹ ਗੱਲ ਤਾਂ ਹੋ ਗਈ ਵੀ ਇਹ 2-2 ਕਿੱਲੇ ਵਾਲੀਆਂ ਜਿਹੜੀਆਂ ਕੁੜੀਆਂ ਨੇ ਇਹਨਾਂ ਨੇ ਮਤਲਬ ਚੰਗੇ ਜ਼ਿਮੀਂਦਾਰਾਂ ਦੇ ਗੋਡੇ ਟਿਕਾਤੇ ਜਾਵਾਂ, ਹੈ ਨਾ। ਮਤਲਬ ਇਹਨਾਂ ਨੇ ਇਹ ਜ਼ਰੂਰ ਕਰਤਾ ਵੀ ਕੁੜੀਆਂ ਸੀਗੀਆਂ ਜਿਹੜੀਆਂ ਉਹਨਾਂ ਦੀ ਇੱਜ਼ਤ ਜ਼ਿਆਦਾ ਹੋਣ ਲੱਗ ਗਈ ਜਦੋਂ ਰਿਸ਼ਤਾ ਹੁੰਦਾ। ਆਇਲਟਸ ਦਾ ਇੱਕ ਫਾਇਦਾ ਜ਼ਰੂਰ ਹੋਇਆ ਕਿ ਜਦੋਂ ਹੁਣ ਜਿਹੜੇ ਮੁੰਡੇ ਵਾਲੇ ਮੂੰਹ ਟੱਟਦੇ ਸੀ ਉਹਨਾਂ ਨੂੰ ਥੋੜਾ ਠੰਡੇ ਰਹਿ ਕੇ ਰਹਿਣਾ ਪੈ ਗਿਆ ਵੀ ਹੁਣ ਵੀ ਅਸੀਂ ਕੁੜੀ ਤੋਂ ਕੁਝ ਮੰਗ ਨਹੀਂ ਸਕਦੇ। ਇਹ ਦਾਜ ਦਾ ਕਿੱਡਾ ਘਿਨਾਉਣਾ ਕੰਮ ਸੀਗਾ ਵੀ ਕਿਸੇ ਨੂੰ ਤੁਹਾਡੀ ਆਪਣੀ ਕੁੜੀ ਵੀ ਦੇਣੀ, ਇੰਨਾ ਟਾਈਮ ਪੜ੍ਹਾ ਕੇ, ਜਿਹੜੀ ਉਹਨੇ ਪੜ੍ਹਾਈ ਕੀਤੀ ਉਹਦੀ ਦਾਜ ਹੀ ਹੈ। ਜਿਹੜੀ ਪੜ੍ਹਾਈ ਲੈ ਕੇ ਤੁਹਾਡੇ ਨਾਲ ਹੀ ਤੁਹਾਡੇ ਕੰਮ ਆਉਣੀ ਹੈ, ਜਦੋਂ ਨੌਕਰੀ ਕਰਨੀ ਉਹ ਵੀ ਤੁਹਾਡੇ ਕੰਮ ਆਉਣੀ ਹੈ। ਪਰ ਹੁਣ ਆਇਲਟਸ ਕਰਕੇ ਨਾ ਸਿਨੈਰੀਓ ਬਦਲ ਗਿਆ। ਹੁਣ ਕੀ ਹੁੰਦਾ ਵੀ ਹੁਣ ਆਇਲਟਸ ਕੁੜੀ ਆਇਲਟਸ ਕਰਦੀ, ਕਿਉਂਕਿ ਕੁੜੀਆਂ ਯੂਜੂਅਲੀ ਮੁੰਡਿਆਂ ਤੋਂ ਇੰਟੈਲੀਜੈਂਟ ਹੁੰਦੀਆਂ, ਕੁੜੀ ਆਇਲਟਸ ਕਰ ਲੈਂਦੀ, ਉਹਨੂੰ ਇੰਗਲਿਸ਼ ਜ਼ਿਆਦਾ ਆਉਂਦੀ ਹੁੰਦੀ ਹੈ, ਹੈ ਨਾ, ਪੜ੍ਹਾਈ ਦੇ ਵਿੱਚ ਤੇਜ਼ ਹੁੰਦੀ ਹੈ। ਮੁੰਡੇ ਤੋਂ ਆਇਲਟਸ ਹੁੰਦੇ ਨਹੀਂ, ਕੁੜੀ ਨੇ ਆਇਲਟਸ ਕੀਤਾ ਨਹੀਂ। ਆਮ ਛੋਟੇ ਜ਼ਿਮੀਂਦਾਰਾਂ ਦੀਆਂ ਕੁੜੀਆਂ ਨੇ ਉਹ ਆਇਲਟਸ ਕਰਦੀਆਂ ਨੇ, ਅਤੇ ਵੱਡੇ ਜ਼ਿਮੀਂਦਾਰਾਂ ਦੇ ਜਿਹੜੇ ਮੁੰਡੇ ਨੇ ਉਹ ਵਿਗੜੇ ਹੁੰਦੇ ਨੇ, ਉਹ ਆਇਲਟਸ ਨਹੀਂ ਕਰ ਸਕਦੇ। ਇਸ ਕਰਕੇ ਉਹਨਾਂ ਦੇ ਨਾਲ ਉਹਨਾਂ ਦਾ ਵਿਆਹ ਕਰ ਦਿੰਦੇ ਆ, ਇਹ ਕਹਿ ਕੇ ਕਿ ਵੀ ਵੀ ਤੁਸੀਂ ਸਾਡੀ ਕੁੜੀ ਦੇ ਬਾਹਰ ਜਾਣ 'ਤੇ ਪੈਸੇ ਲਾਓਗੇ, ਕਿਉਂਕਿ ਬਾਹਰ ਜਾਣ 'ਤੇ ਪੈਸੇ ਲੱਗਦੇ 10-15 ਲੱਖ ਰੁਪਇਆ। ਕੈਨੇਡਾ ਜ਼ਿਆਦਾਤਰ ਲੋਕ ਕੈਨੇਡਾ ਜਾਂਦੇ ਨੇ, ਤੇ ਸਾਡੀ ਕੁੜੀ ਸਾਡੀ ਕੁੜੀ ਦਾ ਆਇਲਟਸ ਕੀਤਾ ਹੋਊਗਾ, ਉਹਨੂੰ ਤੁਸੀਂ ਪੈਸੇ ਲਾ ਕੇ ਬਾਹਰ ਭੇਜੋਗੇ, ਬਾਅਦ 'ਚ ਤੁਹਾਡੇ ਮੁੰਡੇ ਨੂੰ ਬਾਹਰ ਲੈ ਜਾਊਗੀ। ਦੇਖੋ ਪਹਿਲੀ ਗੱਲ ਤਾਂ ਸਿਸਟਮ ਬਹੁਤ ਹੀ ਜ਼ਿਆਦਾ ਗਲਤ ਹੈ। ਇੰਨਾ ਜ਼ਿਆਦਾ ਸਿਸਟਮ ਇਹ ਗਲਤ ਹੈ ਨਾ ਕਿ ਤੁਸੀਂ ਜਦੋਂ ਦੋ ਰਿਸ਼ਤਾ ਜੋੜਦੇ ਹੋ, ਰਿਸ਼ਤਾ ਹੁੰਦਾ ਬੜਾ ਪਵਿੱਤਰ ਰੂਹਾਂ ਦਾ ਰਿਸ਼ਤਾ, ਆਪਸ ਦੇ ਵਿੱਚ ਤੁਸੀਂ ਇੱਕ ਦੂਜੇ ਦੀ ਸਾਂਝ ਕਰਨੀ ਹੈ, ਕੱਲ੍ਹ ਨੂੰ ਇੱਕ ਦੂਜੇ ਨੂੰ ਤੁਸੀਂ ਮਿਲਣਾ ਨਹੀਂ ਮਾਰਨਾ, ਉਹ ਹੁੰਦਾ ਰਿਸ਼ਤਾ। ਇਹਦੇ ਵਿੱਚ ਪਹਿਲੇ ਇਹਦਾ ਜਿਹੜਾ ਸਟਾਰਟਿੰਗ ਪੁਆਇੰਟ ਹੈ ਇਸ ਰਿਸ਼ਤੇ ਦਾ, ਜਿਹੜਾ ਧੁਰ ਹੈ ਉਹ ਵੀ ਮਿਹਣੇ ਵਾਲਾ ਜੀ। ਕੁੜੀ ਨੇ ਆਇਲਟਸ ਕੀਤਾ, ਕੁੜੀ ਦੇ ਸਿਰ ਤੇ ਮੁੰਡਾ ਬਾਹਰ ਗਿਆ ਜੀ। ਕੁੜੀ ਬਾਹਰ ਜਾ ਕੇ ਇਹ ਕਹਿ ਸਕਦੀ ਵੀ ਮੈਂ ਆਇਲਟਸ ਕੀਤਾ ਸੀ ਤਾਂ ਤੂੰ ਬਾਹਰ ਆਇਆ, ਪਰ ਮੁੰਡੇ ਵਾਲਿਆਂ ਦੀ ਤਾਂ ਪੈਸੇ ਲੱਗੇ ਹੁੰਦੇ ਨੇ, ਤੇ ਮੁੰਡਾ ਉਹੀ ਮਿਹਣਾ। ਕੁੜੀ ਇਹ ਮਿਹਣਾ ਮਾਰ ਸਕਦੀ ਮੈਂ ਆਇਲਟਸ ਕੀਤਾ, ਜੇ ਨਾ ਕਰਦੀ ਤੂੰ ਬਾਹਰ ਨਹੀਂ ਆ ਸਕਦਾ ਸੀ ਜੀ। ਮੁੰਡੇ ਦਾ ਮਿਹਣਾ ਇਹੀ ਹੁੰਦਾ ਵੀ ਅਸੀਂ ਪੈਸੇ ਲਾਏ ਤਾਂ ਤੂੰ ਬਾਹਰ ਗਈ, ਨਹੀਂ ਤਾਂ ਤੂੰ ਵੀ ਬਾਹਰ ਨਹੀਂ ਜਾ ਸਕਦੀ ਸੀ। ਇਹ ਫੋਨ ਤੇ ਜਦੋਂ ਕੁੜੀ ਪਹਿਲਾਂ ਬਾਹਰ ਚਲੀ ਜਾਂਦੀ ਹੈ ਤਾਂ ਇੱਕ ਬਹੁਤ ਵੱਡਾ ਪ੍ਰੋਬਲਮ ਇਹ ਹੈ ਕਿ ਇਸ ਤਰੀਕੇ ਨਾਲ ਵੀਜ਼ਾ ਲੱਗਦਾ, ਕੁੜੀ ਸਟੱਡੀ ਬੇਸ ਤੇ ਬਾਹਰ ਜਾਂਦੀ ਹੈ, ਜਿੰਨਾ ਟਾਈਮ ਉਹ ਵਰਕ ਪਰਮਿਟ ਤੇ ਨਹੀਂ ਹੁੰਦੀ ਉਹਨਾਂ ਟਾਈਮ ਉਹ ਕਿਸੇ ਨੂੰ ਆਪਣੇ ਹਸਬੈਂਡ ਨੂੰ ਬੁਲਾ ਨਹੀਂ ਸਕਦੀ। ਮੋਸਟ ਆਫ ਦਾ ਕੇਸਿਸ, ਜਿਹੜਾ ਬਹੁਤ ਲੱਕੀ ਕੇਸ ਹੋਵੇ ਉਹ ਪਹਿਲਾਂ ਚਲੇ ਜਾਂਦੇ, ਪਰ ਉਹ ਵਰਕ ਪਰਮਿਟ ਤੇ ਹੋ ਕੇ ਵੀਜ਼ਾ ਲੱਗਦਾ ਜੀ।
ਜਿੰਨਾ ਟਾਈਮ ਵੀਜ਼ਾ ਨਹੀਂ ਲੱਗਦਾ ਉਹ 2-3 ਸਾਲ ਉਹ 2 ਸਾਲ ਜਾਂ 1.5 ਸਾਲ ਆਪਸ 'ਚ ਗੱਲ ਕਰਦੇ ਨੇ ਫੋਨ ਤੇ, ਉਹ ਫੋਨ ਦੇ ਵਿੱਚ ਉਹਨਾਂ ਦੇ ਕਲੈਸ਼ ਹੁੰਦੇ ਰਹਿੰਦੇ ਨੇ ਜੀ। ਉਹ ਜਦੋਂ ਕੋਈ ਕਦੇ ਕਹਿ ਦਿੰਦੀ ਹੈ ਵੀ ਮੇਰੇ ਕੋਲੇ ਟਾਈਮ ਨਹੀਂ ਹੈਗਾ ਜਾਂ ਗੱਲ ਕਰਨ ਨੂੰ, ਕਿਉਂਕਿ ਬਾਹਰਲਾ ਸਿਸਟਮ ਹੈ ਜਿਹੜਾ ਉਹਦੇ ਪਤਾ ਲੱਗਦਾ ਜਦੋਂ ਅਸੀਂ ਬਾਹਰ ਜਾਵਾਂਗੇ। ਕੁੜੀ ਬਾਹਰ ਚਲੀ ਜਾਂਦੀ ਹੈ, ਮੁੰਡਾ ਇੱਧਰ ਰਹਿ ਜਾਂਦਾ ਹੈ। ਕੁੜੀ ਬਾਹਰਲੇ ਤਰੀਕੇ ਨਾਲ ਵਿਕਸਿਤ ਹੋਣਾ ਸ਼ੁਰੂ ਕਰ ਦਿੰਦੀ ਹੈ, ਮੁੰਡਾ ਇੱਧਰਲੇ ਤਰੀਕੇ ਨਾਲ ਹੀ ਸੋਚਦਾ ਰਹਿੰਦਾ ਹੈ। ਮੁੰਡਾ ਸੋਚਦਾ ਹੈ ਕਿ ਜਿਹੜੀ ਕੁੜੀ ਬਾਹਰ ਜਾ ਕੇ ਇਹ ਕਹਿੰਦੀ ਹੈ ਕਿ ਮੇਰਾ ਟਾਈਮ ਨਹੀਂ ਹੈਗਾ ਮੇਰੇ ਕੋਲੇ, ਉਹ ਕਿਸੇ ਹੋਰ ਮੁੰਡੇ ਦੇ ਚੱਕਰਾਂ 'ਚ ਪੈ ਗਈ ਜਾਂ ਉਹ ਮੈਨੂੰ ਇੰਪੋਰਟੈਂਸ ਨਹੀਂ ਦਿੰਦੀ ਜਾਂ ਬਾਹਰ ਦੀ ਉਹਨੂੰ ਹਵਾ ਲੱਗ ਗਈ, ਇਹ ਚੀਜ਼ਾਂ ਸੋਚਣ ਲੱਗ ਜਾਂਦਾ ਬੰਦਾ, ਕਿਉਂਕਿ ਉਹਨੇ ਬਾਹਰ ਦਾ ਸਿਸਟਮ ਦੇਖਿਆ ਨਹੀਂ ਹੁੰਦਾ। ਸੋ ਜਿਹੜਾ ਉਹ ਗੈਪ ਪੈਣਾ ਸ਼ੁਰੂ ਹੁੰਦਾ, ਉੱਥੋਂ ਬੰਦਾ ਸੋਚਣਾ ਸ਼ੁਰੂ ਕਰਦਾ ਨਹੀਂ, ਉੱਥੋਂ ਫਿਰ ਲੜਾਈਆਂ ਸ਼ੁਰੂ ਹੁੰਦੀਆਂ, ਉੱਥੋਂ ਮਿਹਣੇ ਸ਼ੁਰੂ ਹੁੰਦੇ ਆ ਵੀ ਤੂੰ ਤਾਂ ਬਾਹਰ ਗਈ ਆ, ਵੀ ਤੈਨੂੰ ਮੈਂ ਬਾਹਰ ਭੇਜਿਆ, ਤੂੰ ਮੇਰੇ ਨਾਲ ਨਹੀਂ ਗੱਲ ਕਰਦੀ। ਜਦੋਂ ਤੋਂ 4-5 ਵਾਰੀ ਕੁੜੀ ਇਹ ਗੱਲ ਵਾਰ-ਵਾਰ ਸੁਣਦੀ ਹੈ ਤੇ ਫਿਰ ਉਹ ਕਹਿ ਦਿੰਦੀ ਹੈ ਵੀ ਤੂੰ ਵੀ ਤਾਂ ਹੀ ਬਾਹਰ ਮੈਨੂੰ ਤਾਂ ਹੀ ਭੇਜਿਆ ਜੇ ਮੈਂ ਐਲਸ ਕੀਤਾ ਸੀ, ਤੂੰ ਆਪ ਬਾਹਰ ਜਾਣ ਦੇ ਮਾਰੇ ਨੇ ਮੈਨੂੰ ਭੇਜਿਆ। ਜਦੋਂ ਇਹ ਚੀਜ਼ਾਂ ਰਿਸ਼ਤੇ ਦੇ ਵਿੱਚ ਇਹ ਕਲੈਸ਼ ਹੋਣ ਲੱਗ ਜਾਣ ਤੇ ਉਦੋਂ ਰਿਸ਼ਤਾ ਕਦੇ ਨਹੀਂ ਟਿਕਦਾ। ਤਾਂ ਸਭ ਤੋਂ ਵੱਡਾ ਫੈਕਟਰ ਇਹਦੇ ਵਿੱਚ ਇਹ ਹੈ ਕਿ ਰਿਸ਼ਤਾ ਉਦੋਂ ਤਾਂ ਨਹੀਂ ਟਿਕਦਾ ਜੇ ਤਾਂ ਉਹਨਾਂ ਦੀ ਉਮਰ ਹੋਵੇ ਜੋ BA MA ਕਰਨ ਤੱਕ ਦੀ ਉਮਰ ਹੋਵੇ ਉਹਨਾਂ ਦੀ। ਜਦੋਂ BA MA ਕਰਦੇ ਲੜਕੀ ਦੀ ਉਮਰ 24-25 ਸਾਲ ਹੋ ਜਾਂਦੀ ਹੈ ਜੇ ਤਾਂ ਉਸ ਤੋਂ ਬਾਅਦ ਐਲਸ ਕਰਕੇ ਜਾਣ ਉਹ ਕੇਸਾਂ ਦੇ ਵਿੱਚ ਐਸੀਆਂ ਲੜਾਈਆਂ ਨਹੀਂ ਹੁੰਦੀਆਂ। ਪਰ ਇਹਨਾਂ ਨੇ ਐਲਸ ਕਦੋਂ ਕੀਤਾ ਹੁੰਦਾ? 12ਵੀਂ ਤੋਂ ਬਾਅਦ। 12ਵੀਂ ਤੋਂ ਬਾਅਦ ਕੁੜੀ ਦੀ ਉਮਰ ਹੁੰਦੀ ਹੈ ਵੱਧ ਤੋਂ ਵੱਧ 20 ਸਾਲ ਦੀ ਤੇ ਮੁੰਡਾ 12ਵੀਂ ਕਰ ਲੈਂਦਾ ਵੱਧ ਤੋਂ ਵੱਧ 21-22 ਸਾਲ ਦੀ ਉਮਰ ਦੇ ਵਿੱਚ। 12ਵੀਂ ਦੀ ਉਮਰ ਦੇ ਵਿੱਚ ਕੁੜੀ ਦੀ ਉਮਰ ਦੇ ਵਿੱਚ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਜਦੋਂ 12ਵੀਂ ਤੋਂ ਬਾਅਦ ਵਿਆਹ ਕੀਤਾ ਹੁੰਦਾ ਨਾ, ਉਹਨਾਂ ਦੀ ਉਮਰ ਹੀ ਨਹੀਂ ਹੁੰਦੀ ਵਿਆਹ ਲਈ। ਉਹ ਜਦੋਂ ਇੱਕ ਦੂਜੇ ਨੂੰ ਮਿਹਣਾ ਮਾਰਦੇ ਆ ਉਹ ਰਿਸ਼ਤੇ ਨੂੰ ਛੇਤੀ ਖੰਡਾ ਲੈਂਦੇ ਆ, ਕਿਉਂਕਿ ਉਹ ਸਮਝਦਾਰ ਨਹੀਂ ਹੁੰਦੇ। ਕੁੜੀ ਇਹ ਸੋਚਣ ਦੇ ਕਾਬਿਲ ਨਹੀਂ ਹੁੰਦੀ ਕਿ ਜਿਹੜਾ ਮੈਨੂੰ ਜੇ ਮਿਹਣਾ ਵੀ ਮਾਰ ਰਿਹਾ ਨਾ, ਸਾਡਾ ਰਿਸ਼ਤਾ ਅਸੀਂ ਵਿਆਹ ਕਰਾਇਆ ਹੋਇਆ, ਅਸੀਂ ਅੱਗੇ ਜਾ ਕੇ ਲੋਕਾਂ ਨੂੰ ਮੂੰਹ ਦਿਖਾਉਣਾ, ਮੈਂ ਰਿਸ਼ਤਾ ਨਹੀਂ ਤੋੜਨਾ। ਕੁੜੀ ਸੰਭਾਲ ਲੈਂਦੀ ਹੈ, ਜੇ ਕੁੜੀ ਕੁਛ ਕਹਿ ਦੇ ਤਾਂ ਮੁੰਡਾ ਸੰਭਾਲ ਲੈਂਦਾ, ਨਹੀਂ ਮੈਂ ਰਿਸ਼ਤਾ ਨਹੀਂ ਤੋੜਨਾ। ਉਹਨਾਂ ਦੋਨਾਂ ਦੀ ਉਮਰ ਹੀ ਇੰਨੀ ਛੋਟੀ ਹੁੰਦੀ ਹੈ, ਖਾਸ ਕਰਕੇ ਕੁੜੀ ਦੀ ਉਮਰ ਇੰਨੀ ਛੋਟੀ ਹੁੰਦੀ ਹੈ ਕਿ ਉਹਦੀ ਉਮਰ ਤਾਂ ਹਜੇ ਪੜ੍ਹਾਈ ਵਾਲੇ ਪਾਸੇ ਧਿਆਨ ਦਿੰਦੀ ਨਹੀਂ, ਉਹਨੂੰ ਆਪਣੀ ਜ਼ਿੰਦਗੀ ਸੰਭਾਲਣ ਦਾ ਨਹੀਂ ਪਤਾ ਹੁੰਦਾ, ਉਹਨੂੰ ਆਪਣੇ ਕਰੀਅਰ ਦਾ ਨਹੀਂ ਪਤਾ ਹੁੰਦਾ ਵੀ ਅੱਗੇ ਜਾ ਕੇ ਮੈਂ ਇੱਥੇ ਜਿਹੜਾ ਕੋਰਸ ਕਰੂੰਗੀ ਉਦੋਂ ਬਾਅਦ ਮੈਂ PR ਹੋਊਂਗੀ ਕਿ ਨਹੀਂ, ਜਾਂ ਅੱਗੇ ਜਾ ਕੇ ਮੈਂ ਕੀ ਕਰੂੰਗੀ ਲੇਬਰ ਦੇ ਵਿੱਚ। ਉਹਨੂੰ ਐ ਨਹੀਂ ਪਤਾ ਹੁੰਦਾ ਮੈਂ ਇੱਥੇ ਕਿਹੜਾ ਕੰਮ ਕਰਾਂ, ਕਿਹੜੇ 'ਚ ਮੇਰੀ ਸਿਕਿਉਰਿਟੀ ਹੈ। ਤੇ ਹੁਣ ਤੁਸੀਂ ਵਿਆਹ ਤਾ, ਉਹ ਆਪਦੇ ਘਰ ਵਾਲੇ ਨੂੰ ਤੇ ਉਹਦੇ ਗਾਂ ਸਹੁਰਿਆਂ ਦੀਆਂ ਗੱਲਾਂ ਕਿਵੇਂ ਸੁਣ ਲੂਗੀ, ਉਹ ਸਹੁਰਿਆਂ ਦੀਆਂ ਗੱਲਾਂ ਸੁਣ ਕੇ ਉਹਨੂੰ ਐਡਜਸਟ ਕਿਵੇਂ ਕਰ ਲੂਗੀ, ਅਬਜ਼ਰਵ ਕਿਵੇਂ ਕਰ ਲੂਗੀ, ਉਹਨਾਂ ਤੇ ਰਿਐਕਸ਼ਨ ਸਹੀ ਕਿਵੇਂ ਕਰ ਲੂਗੀ, ਕਿਉਂਕਿ ਉਹਦੀ ਉਮਰ ਹੀ 20 ਸਾਲ ਹੈ। ਉੱਤੋਂ ਤੁਸੀਂ ਉਹ ਤੇ ਇਹ ਬੋਝ ਪਾਤਾ ਵੀ ਤੂੰ ਬਾਹਰ ਜਾਣਾ ਔਰ ਬਾਹਰ ਜਾ ਕੇ ਜਿਹੜਾ ਤੇਰੇ ਪਿਓ ਨੇ ਕਰਜ਼ਾ ਲੈ ਕੇ ਭੇਜਿਆ ਤਾਂ ਤੂੰ ਮੁੜਨਾ ਹੀ ਮੁੜਨਾ। ਉਦੋਂ ਬਾਅਦ ਤੇਰੇ ਘਰ ਜਿਹੜੇ ਸਹੁਰੇ ਆ ਉਹਦੇ ਤੇਰੇ ਦਿਓਰ ਜੇਠ ਸਾਰਿਆਂ ਨੂੰ ਤੂੰ ਆਈਫੋਨ ਭੇਜਣੇ ਆ। ਇਹੀ ਗੱਲਾਂ ਹੁੰਦੀਆਂ ਅੱਜ ਕੱਲ੍ਹ ਆਪਣੇ ਕਲਚਰ ਦੇ ਵਿੱਚ। ਫਿਰ ਉਹ ਜਦੋਂ ਕੁਛ ਐਸਾ ਨਹੀਂ ਹੁੰਦਾ ਜਾਂ ਉਹਦੇ ਕੋਲ ਜੋ ਇਹਨਾਂ ਕੰਮਾਂ ਵਾਸਤੇ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਰੀਝਾਂ ਪੂਰੀਆਂ ਕਰਨ ਵਾਸਤੇ ਕੰਮ ਡਬਲ ਸ਼ਿਫਟਾਂ ਲਾਉਣ ਲੱਗ ਜਾਂਦੀ ਹੈ। ਤਾਂ ਡਬਲ ਸ਼ਿਫਟਾਂ ਤੋਂ ਬਾਅਦ ਜਦੋਂ ਉਹਦੇ ਕੋਲ ਟਾਈਮ ਨਹੀਂ ਬਚਦਾ ਕੰਮ ਗੱਲ ਕਰਨ ਨੂੰ, ਉਦੋਂ ਇੱਧਰਲਾ ਕੋਈ ਮੁੰਡਾ ਗੱਲ ਕਰਨ ਵਾਸਤੇ ਫੋਨ ਕਰਦਾ ਤਾਂ ਉਹਦੇ ਕੋਲ ਟਾਈਮ ਨਹੀਂ ਹੁੰਦਾ। ਮੈਂ ਨਹੀਂ ਕਹਿੰਦਾ ਵੀ ਸਾਰੀਆਂ ਕੁੜੀਆਂ ਕੋਲ ਟਾਈਮ ਨਹੀਂ ਹੁੰਦਾ, ਕਈ ਵਾਰੀ ਕਿਸੇ ਕੁੜੀ ਕੋਲ ਟਾਈਮ ਨਹੀਂ ਹੁੰਦਾ ਤਾਂ ਉਹ ਕਹਿ ਦਿੰਦੀ ਨਹੀਂ ਮੈਂ ਬਿਜ਼ੀ ਹਾਂ, ਤੇ ਫਿਰ ਨਹੀਂ ਤੇਰੇ ਰੰਗ ਬਦਲ ਗਏ, ਤੂੰ ਵੱਡਿਆਂ ਰੰਗਾਂ 'ਚ ਹੋ ਗਈ, ਤੂੰ ਬਾਹਰ ਜਾ ਕੇ ਆਏ ਹੋਗੀ, ਅਸੀਂ ਤੇਰੇ ਤੇ ਪੈਸੇ ਲਾਏ ਸੀ। ਜਦੋਂ ਇਹ ਗੱਲ ਸ਼ੁਰੂਆਤ ਹੋ ਜਾਂਦੀ ਹੈ ਕਦੇ ਵੀ, ਜਦੋਂ ਇਸ ਰਿਸ਼ਤੇ ਦੇ ਵਿੱਚ ਰਿਸ਼ਤਾ ਇਹਨਾਂ ਕੱਚੀ ਤੰਦ ਹੁੰਦਾ, ਉਹਦੇ ਵਿੱਚ ਇੱਕ ਵਾਰੀ ਲੜਾਈ ਹੋ ਗਈ ਜਾਂ ਬਹੁਤ ਤਕੜੀ ਲੜਾਈ ਹੋ ਗਈ, ਉਹ 'ਚ ਗੰਢ ਪੈ ਗਈ ਨਾ, ਤੇ ਉਹ ਗੰਢ ਫਿਰ ਧਾਗੇ ਨੂੰ ਜਦੋਂ ਅਸੀਂ ਇੱਦਾਂ ਕਰਦੇ ਗੰਢ ਰੜਕਦੀ ਜ਼ਰੂਰ ਹੈ ਤੇ ਉਹ ਚੀਜ਼ਾਂ ਗੰਢ ਪੈਂਦੀਆਂ ਕਿਸੇ ਦਿਨ ਉਹ ਧਾਗਾ ਟੁੱਟ ਜਾਂਦਾ, ਉਹਦੇ 'ਚ ਪਾਵਰ ਨਹੀਂ ਰਹਿੰਦੀ ਹੈ ਨਾ। ਸੋ ਰਿਸ਼ਤਾ ਬੜੀ ਨਾਜ਼ੁਕ ਚੀਜ਼ ਹੁੰਦੀ ਹੈ ਤੇ ਸਾਡੇ ਲੋਕ ਜੋੜਨ ਲੱਗੇ ਮਿੰਟ ਮਾਰਦੇ ਨੇ। ਸਾਡੇ ਲੋਕ ਹੁਣ ਰਿਸ਼ਤਾ ਹੀ ਇਸ ਚੀਜ਼ ਤੇ ਜੁੜਨ ਲੱਗ ਗਿਆ ਕਿ ਕੁੜੀ ਦੇ ਬੈਂਡ ਕਿੰਨੇ ਆ। ਇੱਕ ਸਵਾਲ ਹੈ ਮੇਰੇ ਮਨ ਦੇ ਵਿੱਚ, ਇੱਕ ਜਦੋਂ ਕੁੜੀਆਂ ਆਈਲੈਟਸ ਕਰ ਲੈਂਦੀਆਂ ਨੇ ਉਹਨਾਂ ਦੇ ਬੈਂਡ ਆ ਜਾਂਦੇ ਨੇ, ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦਾ ਜਿਹੜਾ ਕੁੜੀ ਮੁੰਡੇ ਦਾ ਇੱਕ ਰਿਸ਼ਤਾ ਹੋ ਜਾਂਦਾ, ਪਰ ਉਸ ਤੋਂ ਬਾਅਦ ਕੁੜੀ ਦਾ ਜਿਹੜਾ ਆਈਲੈਟਸ ਦਾ ਜਿਹੜੇ ਬੈਂਡ ਹੁੰਦੇ ਨੇ ਫਿਰ ਵੀ ਉਹਨੂੰ ਕਈ ਵਾਰ ਵੀਜ਼ਾ ਰਿਫਿਊਜ਼ ਹੋ ਜਾਂਦਾ, ਫਿਰ ਉਸ ਤੋਂ ਬਾਅਦ ਉਹਨਾਂ ਦੇ ਤਲਾਕਾਂ ਤੱਕ ਦੀ ਗੱਲ ਹੋ ਜਾਂਦੀ ਹੈ। ਉਹ ਇਸ ਦਾ ਕੀ ਕਾਰਨ ਹੋ ਸਕਦਾ? ਆ ਦੇਖੋ ਤੁਸੀਂ ਕਿੰਨੀ ਸੀਰੀਅਸ ਗੱਲ ਕਹੀ ਹੈ ਵੀ ਇੱਕ ਕੁੜੀ ਤੇ ਮੁੰਡੇ ਦਾ ਰਿਸ਼ਤਾ ਹੋ ਗਿਆ ਕਿਉਂਕਿ ਕੁੜੀ ਦੇ ਬੈਂਡ ਆਏ ਸੀ, ਉਸ ਤੋਂ ਬਾਅਦ ਟੁੱਟ ਗਿਆ ਕਿਉਂਕਿ ਕੁੜੀ ਦੇ ਬੈਂਡ ਆਉਣ ਤੋਂ ਬਾਅਦ ਉਹਦੀ ਫਾਈਲ ਨਹੀਂ ਲੱਗੀ। ਮਤਲਬ ਰਿਸ਼ਤਾ ਕਾਹਦੇ ਵਾਸਤੇ ਹੋਇਆ ਸੀ? ਸਿਰਫ ਇੱਕੋ ਲਾਲਚ ਵਾਸਤੇ ਰਿਸ਼ਤਾ ਹੋਇਆ ਸੀ ਕਿ ਮੁੰਡੇ ਨੂੰ ਬਾਹਰ ਲੈ ਜਾਊਗੀ। ਮਤਲਬ ਉਹਨਾਂ ਦੇ ਆਪਸ ਵਿੱਚ ਕੋਈ ਪਿਆਰ ਰਿਸ਼ਤਾ ਕੁਛ ਨਹੀਂ ਸੀ। ਉਹ ਵਿਆਹ ਹੋਇਆ, ਉਹਨਾਂ ਦਾ ਵਿਆਹ ਹੋਣ ਤੋਂ ਬਾਅਦ ਕਿੰਨਾ ਟਾਈਮ 4-5 ਮਹੀਨੇ ਇਕੱਠੇ ਰਹੇ, 4-5 ਮਹੀਨਿਆਂ ਬਾਅਦ ਫਾਈਲ ਲੱਗੀ, ਫਾਈਲ ਲੱਗੀ ਤੋਂ ਬਾਅਦ 2-3 ਮਹੀਨੇ ਫਾਈਲ ਲੱਗੀ ਰਹੀ, ਫਿਰ 2-3 ਮਹੀਨਿਆਂ ਬਾਅਦ ਉਹ ਫਾਈਲ ਰਿਜੈਕਟ ਹੋ ਗਈ, ਰਿਜੈਕਟ ਹੋਣ ਤੋਂ ਬਾਅਦ ਆਪਸ ਰੌਲਾ ਪੈ ਗਿਆ। ਮਤਲਬ ਜਿਹੜੇ 8-9 ਮਹੀਨੇ ਉਹਨਾਂ ਨੇ ਵਿਆਹ ਕਰਾ ਕੇ ਇਕੱਠੇ ਰਹੇ ਉਹ ਟੁੱਟ ਗਿਆ, ਉਹਦੇ 'ਚ ਕੋਈ ਪਿਆਰ ਨਹੀਂ ਬਣਿਆ। ਅੱਡ ਕਿਹੜੀ ਗਲਤ ਹੋ ਗਏ ਵੀ ਇਹਦਾ ਤਾਂ ਵੀਜ਼ਾ, ਇਹਦਾ ਤਾਂ ਜਿਹਦੇ ਕਰਕੇ ਅਸੀਂ ਵਿਆਹ ਕਰਾਇਆ ਸੀ ਇਹਦਾ ਤਾਂ ਵੀਜ਼ਾ ਨਹੀਂ ਆਇਆ, ਅਸੀਂ ਬਾਹਰ ਕਿਵੇਂ ਜਾਵਾਂਗੇ? ਮਤਲਬ ਫਿਰ ਬਾਹਰ ਕਰਾਉਣ ਵਾਸਤੇ, ਬਾਹਰ ਜਾਣ ਵਾਸਤੇ ਰਿਸ਼ਤਾ ਕੀਤਾ ਸੀ। ਕਿੱਡੀ ਘਟੀਆ ਮਾਨਸਿਕਤਾ ਵਾਲੀ ਗੱਲ ਹੋਊਗੀ ਕਿਸੇ ਵਿਚੋਲੇ ਜਿਹੜੇ ਕਰਾਉਣ ਵਾਲੇ ਉਹਨਾਂ ਦੀ, ਜਾਂ ਜਿਹੜੇ ਮਾਪੇ ਕਰਨ ਵਾਲੇ ਉਹਨਾਂ ਦੀ ਵੀ। ਮੈਂ ਕਹੂੰਗਾ ਚੱਲ ਵਿਚਾਰੇ ਉਹ ਆਪਦੇ ਲਾਲਚ ਨੂੰ ਜਾਂ ਇਹਨੂੰ ਵੀ ਸਾਡੇ ਬੱਚੇ ਸੈੱਟ ਹੋ ਜਾਣ ਇਸ ਕਰਕੇ ਕਹਿ ਦਿੰਦੇ ਮਾਨਸਿਕਤਾ, ਚੱਲ ਉਹਨਾਂ ਦੀ ਨਹੀਂ ਘਟੀਆ, ਪਰ ਉਹਨਾਂ ਦੀ ਕਿੰਨੀ ਮਤਲਬ ਉਹਨਾਂ ਦੇ ਸੋਚਣ ਦਾ ਲੈਵਲ ਕਿੰਨਾ ਛੋਟਾ ਹੋਊਗਾ। ਉਹਨਾਂ ਨੂੰ ਕਿਵੇਂ ਲੋਕਾਂ ਦੀ ਗੱਲਾਂ ਦੇ ਧੱਕੇ ਜਾਂ ਸਮਾਜ ਦੀਆਂ ਇਹੋ ਜਿਹੀਆਂ ਚੀਜ਼ਾਂ ਦੇ ਧੱਕੇ ਚੜ੍ਹ ਜਾਂਦੇ ਨੇ ਉਹਨਾਂ ਦੀ ਸੋਚ, ਹੈ ਨਾ। ਕਿੱਡੀ ਛੋਟੀ ਗੱਲ ਬਣ ਜਾਂਦੀ ਹੈ ਇਹ ਵੀ ਜਦੋਂ ਇੱਕ ਰਿਸ਼ਤਾ ਸਿਰਫ ਇਸ ਚੀਜ਼ ਤੇ ਖੜਾ ਵੀ ਜੇ ਤੂੰ ਮੈਨੂੰ ਬਾਹਰ ਲੈ ਗਈ ਤਾਂ ਆਪਾਂ ਘਰ ਹਸਬੈਂਡ ਵਾਈਫ ਹੈਗੇ ਆ, ਜੇ ਤੂੰ ਮੈਨੂੰ ਬਾਹਰ ਨਹੀਂ ਲੈ ਕੇ ਗਈ ਤਾਂ ਤੂੰ ਆਪਦੇ ਘਰੇ ਮੈਂ ਆਪਦੇ ਘਰੇ, ਫਿਰ ਤਲਾਕ। ਫਿਰ ਸਾਡੇ ਇਹੀ ਰਿਸ਼ਤੇ ਰਹਿ ਕੇ ਫਿਰ ਕਹਿ ਦਿੰਦੇ ਵੀ ਸਾਡੇ ਬੱਚੇ ਨੇ ਜਿਹੜੇ ਜੀ ਕੁੜੀ ਗਲਤ ਹੈ
ਫਿਰ ਮੁੰਡੇ ਨੇ ਕਦੇ ਸਲਫਾਸ ਖਾ ਲਈ, ਕਦੇ ਮੈਂ ਨਹੀਂ ਕਹਿੰਦਾ ਬਹੁਤ ਸਾਰੀਆਂ ਕੇਸਾਂ ਦੇ ਵਿੱਚ ਕੁੜੀਆਂ ਗਲਤ ਹੁੰਦੀਆਂ ਨੇ, ਬਹੁਤ ਸਾਰੇ ਕੇਸਾਂ ਦੇ ਵਿੱਚ ਮੁੰਡੇ ਗਲਤ ਹੁੰਦੇ ਨੇ, ਕੁੜੀਆਂ ਬਾਹਰ ਜਾ ਕੇ ਸੱਚੀ ਵੀ ਬਦਲ ਜਾਂਦੀਆਂ ਨੇ, ਕਈ ਵਾਰੀ ਕੋਈ ਹੋਰ ਕਿਸੇ ਮੁੰਡਿਆਂ ਦੇ ਨਾਲ ਲਾਰਿਆਂ 'ਚ ਆ ਜਾਂਦੀਆਂ ਨੇ, ਜਾਂ ਇੱਧਰ ਜਿਹੜਾ ਮੁੰਡਿਆਂ 'ਚ ਪੈਸੇ ਲਾਏ ਉਹਨਾਂ ਨੂੰ ਛੱਡ ਜਾਂਦੀਆਂ ਨੇ, ਇਹੋ ਜਿਹੇ ਕੇਸ ਹੋ ਜਾਂਦੇ ਨੇ। ਪਰ ਸਾਰੇ ਕੇਸਾਂ 'ਚ ਨਹੀਂ ਇੱਦਾਂ ਹੁੰਦਾ। ਬਹੁਤ ਸਾਰੀ ਜਿਹੜੇ, ਕਿਉਂਕਿ ਕੁੜੀ ਆਪਦੇ ਘਰੋਂ ਨਾ ਬਹੁਤ ਸੰਸਕਾਰ ਲੈ ਕੇ ਤੁਰੀ ਹੁੰਦੀ ਹੈ, ਮੁੰਡੇ ਨੇ ਤਾਂ ਹਜੇ ਬਹੁਤ ਘੱਟ ਲਏ ਹੁੰਦੇ ਆ। ਜਿਹੜਾ ਮੁੰਡਾ ਘਰੋਂ ਜਾਂਦਾ ਆਪਦੇ ਮਾਪਿਆਂ ਦੇ ਪੈਸੇ ਲਵਾ ਕੇ, ਉਹਨੂੰ ਘੱਟ ਫਿਕਰ ਹੁੰਦਾ। ਕੁੜੀ ਆਪਦੇ ਪਿਓ ਦੇ ਪੈਸੇ ਜਦੋਂ ਲਵਾ ਕੇ ਜਾਂਦੀ ਹੈ ਨਾ, ਕਿਉਂਕਿ ਮੁੰਡੇ ਨੂੰ ਇਹ ਹੁੰਦਾ ਵੀ ਉਹਨੇ ਮੇਰੇ ਮਾਪਿਆਂ ਨੇ ਮੇਰੇ ਤੇ ਪਹਿਲਾਂ ਵੀ ਖਰਚਾ ਕੀਤਾ, ਉਹਨੂੰ ਜ਼ਿਆਦਾ ਉਹ ਨਹੀਂ ਹੁੰਦਾ। ਪਰ ਕੁੜੀ ਦੇ ਮਾਪੇ ਜਦੋਂ ਇੱਕ ਵਾਰੀ 13-14 ਲੱਖ ਰੁਪਇਆ ਉੱਤੇ ਲਾਉਂਦੇ, ਕੁੜੀ ਦੇ ਮਨ 'ਚ ਹੁੰਦਾ ਵੀ ਮੇਰੇ ਪਿਓ ਨੇ 13-14 ਲੱਖ ਰੁਪਇਆ ਲਾਇਆ ਤੇ ਮੈਨੂੰ ਮੋੜਨਾ ਹੈ। ਤੇ ਉਹ ਕੁੜੀ ਦੋਨਾਂ ਘਰਾਂ ਬਾਰੇ ਸੋਚਣ ਲੱਗ ਜਾਂਦੀ ਵੀ ਮੈਂ ਸਾਰੇ ਘਰ ਨੂੰ ਵੀ ਖੁਸ਼ ਰੱਖਣਾ, ਪਰ ਆਪਦੇ ਪਿਓ ਦੇ ਪੈਸੇ ਜ਼ਰੂਰ ਮੋੜਨੇ ਜਿਹਨੇ ਮੈਨੂੰ ਭੇਜਿਆ, ਹੈ ਨਾ। ਜਦੋਂ ਜਿਨ੍ਹਾਂ ਦਾ ਵਿਆਹ ਨਹੀਂ ਹੋਏ ਹੁੰਦੇ, ਮਤਲਬ ਉਹਨਾਂ ਦੇ, ਫਿਰ ਜਦੋਂ ਦੂਜੇ ਮੁੰਡਿਆਂ ਦੇ ਵਿਆਹ ਕਰਵਾ ਕੇ ਜਾਂਦੀਆਂ ਜਿਹਨਾਂ ਕੁੜੀਆਂ, ਉਹਨਾਂ ਦੇ ਕਈ ਕੇਸਾਂ 'ਚ ਮੈਂ ਸਾਰੇ ਕੇਸਾਂ ਨਹੀਂ ਕਹਿੰਦਾ, ਕਈ ਕੇਸਾਂ 'ਚ ਕੁੜੀਆਂ ਵੀ ਗਲਤ ਹੁੰਦੀਆਂ ਨੇ। ਪਰ ਇਹ ਜਿਹੜਾ ਸਿਸਟਮ ਹੈ, ਇਹਦੇ ਵਿੱਚ ਸਭ ਤੋਂ ਵੱਡਾ ਫੈਕਟਰ ਹੁੰਦਾ ਉਮਰ ਦਾ। ਉਮਰ ਹੈ ਜਿਹੜੀ ਉਹ ਇੰਨੀ ਛੋਟੀ ਦੇ ਵਿੱਚ ਕਰਨ, ਕਿਉਂਕਿ 12ਵੀਂ ਤੋਂ ਬਾਅਦ ਹੀ ਆਇਲਸ ਕਰਾਉਂਦੇ ਨੇ ਇਹ। ਹਾਂਜੀ, 12ਵੀਂ ਤੋਂ ਬਾਅਦ ਆਇਲਸ ਕਰਨ ਤੋਂ ਜੇ ਪਹਿਲਾਂ ਬਾਹਰ ਭੇਜਦੇ, ਆਪ ਬਾਹਰ ਭੇਜਦੇ, ਫਿਰ ਮਾਪਿਆਂ ਦੇ ਪੈਸੇ ਲੱਗਦੇ। ਇਸ ਕਰਕੇ ਮਾਪਿਆਂ ਕੋਲ ਪੈਸੇ ਹੁੰਦੇ ਨਹੀਂ, ਉਹ ਫਿਰ ਰਿਸ਼ਤਾ ਜੋੜਦੇ, ਮੁੰਡੇ ਵਾਲੇ ਪੈਸੇ ਲਾਉਂਦੇ ਆ ਤੇ ਉਹਨਾਂ ਦੀ ਉਮਰ 'ਚ ਵਿਆਹ ਕਰਨਾ ਪੈਂਦਾ। ਉਹ ਕੁੜੀ ਬਾਹਰ ਚਲੀ ਜਾਂਦੀ ਹੈ, 2 ਸਾਲ ਆਪਸ 'ਚ ਗੱਲ ਕਰਦੇ ਨੇ, ਜਾਂ ਮੁੰਡਾ ਵੀ ਬਾਹਰ ਚਲਾ ਜਾਵੇ ਤਾਂ ਉਹਨਾਂ ਦਾ ਇਹੋ ਜਿਹੀ ਉਮਰ ਹੀ ਨਹੀਂ ਹੁੰਦੀ ਉਹ ਰਿਸ਼ਤਾ ਨਿਭਾ ਸਕਣ। ਰਿਸ਼ਤਾ ਨਿਭਾ ਸਕਣ ਇਹੋ ਜਿਹੀ ਉਮਰ ਹੀ ਨਹੀਂ ਹੁੰਦੀ। ਮੰਨ ਲਓ ਵੀ ਪਹਿਲੇ ਸਾਲ ਉਹਨਾਂ ਨੇ ਵਿਆਹ ਕਰਵਾਇਆ, ਪਹਿਲਾ ਸਾਲ ਹੋਇਆ ਉਹਨਾਂ ਦੀ 20 ਸਾਲ ਦੀ ਉਮਰ 'ਚ ਵਿਆਹ ਹੋ ਗਿਆ, 21 ਸਾਲ ਦੇ ਹੋ ਗਏ, 1 ਸਾਲ ਹੋ ਗਿਆ ਵਿਆਹ ਕਰਾਏ ਨੂੰ। ਉਸ ਤੋਂ ਬਾਅਦ ਸਾਡੇ ਪੰਜਾਬੀ ਕਲਚਰ 'ਚ ਜੋ ਬੱਚਾ ਨਹੀਂ ਲੈਂਦੇ ਤਾਂ ਮੁੰਡੇ ਨੂੰ ਕਹਿਣ ਲੱਗ ਜਾਂਦੇ ਵੀ ਤੇਰੇ 'ਚ ਕੁਛ ਹੈ ਨਹੀਂਗਾ ਕੱਢਣ ਪਾਉਣ ਨੂੰ, ਜਾਂ ਕੁੜੀ ਨੂੰ ਕਹਿਣ ਲੱਗ ਜਾਂਦੇ ਤੇਰੇ ਪੇਟ 'ਚ ਕੋਈ ਪ੍ਰੋਬਲਮ ਹੈ, ਜਾਂ ਮੁੰਡੇ ਨੂੰ ਕਹਿਣ ਲੱਗ ਜਾਂਦੇ ਤੂੰ ਨਾ ਮਰਦ। ਇਹੋ ਜਿਹੀ ਸ਼ਰਮ ਕਰਕੇ ਹੀ ਮੁੰਡੇ ਨੂੰ ਬੱਚਾ, ਉਹਨਾਂ ਦੋਨਾਂ ਨੂੰ ਬੱਚਾ ਲੈਣਾ ਪੈਂਦਾ ਜੀ। 21 ਸਾਲ ਦੀ ਉਮਰ 'ਚ ਉਹ ਮਾਂ ਪਿਓ ਬਣ ਗਏ, ਦੇਖ ਲਓ ਕੀ ਤਰੱਕੀ ਕਰਨਗੇ, ਕੀ ਸੋਚਣਗੇ, ਆਪਦੇ ਬੱਚੇ ਨੂੰ ਸੰਭਾਲਣਗੇ ਕਿ ਆਪਦੇ ਆਪ ਨੂੰ ਸੰਭਾਲਣਗੇ। ਤਾਂ ਉਹ ਆਪ ਬੱਚੇ ਨੇ। ਸਾਡੇ ਵਿੱਚ, ਸਾਡੇ ਪੰਜਾਬ ਦੇ ਵਿੱਚ ਇਹ ਕਲਚਰ ਨਹੀਂ ਹੈਗਾ। ਚਲੋ ਮੰਨ ਲਈ ਗੱਲ, ਚੰਗੀ ਗੱਲ ਆ ਵੀ ਸਾਡੇ ਚਾਈਲਡ ਮੈਰਿਜ ਨਹੀਂ ਕਰਦੇ, ਬੱਚਿਆਂ ਦਾ ਵਿਆਹ ਨਹੀਂ ਕਰਦੇ, ਪਰ ਉਹਨਾਂ ਤੋਂ ਅਣਜਾਣੇ 'ਚ ਬੱਚਿਆਂ ਦਾ ਵਿਆਹ ਹੋ ਰਿਹਾ, ਕਿਉਂਕਿ ਉਹਨਾਂ ਨੂੰ ਮਜਬੂਰੀ ਬਣ ਜਾਂਦੀ। ਜਦੋਂ ਆਇਲਸ ਵਾਲਾ ਕੇਸ ਪਾ ਲੈਂਦੇ ਉਹ 'ਚ ਫਿਰ ਵਿਆਹ ਮਜਬੂਰੀ 'ਚ ਕਰਨਾ ਪੈਂਦਾ। ਪਰ ਉਹਦੇ 'ਚ ਰਿਸ਼ਤਾ ਦੇਖੋ ਤੁਸੀਂ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਪਹਿਲਾਂ ਰਿਸ਼ਤਾ ਕਰ ਲਿਆ, ਜਦੋਂ ਰਿਸ਼ਤਾ ਹੋ ਵੀ ਗਿਆ, ਵਿਆਹ ਵੀ ਹੋ ਗਿਆ, ਇਕੱਠੇ ਵੀ ਵਾਲੇ ਸਾਰੇ ਰਿਸ਼ਤੇਦਾਰਾਂ 'ਚ ਵੀ ਇਕੱਠੇ ਜਾਣ ਲੱਗ ਗਏ, ਪਰ ਜਦੋਂ ਵੀਜ਼ਾ ਨਹੀਂ ਆਇਆ ਤਾਂ ਟੁੱਟ ਗਿਆ। ਮਤਲਬ ਵਿਆਹ ਇਕੱਲਾ ਸਿਰਫ ਉਹ ਜਿਹੜਾ ਇਹ ਆਇਲਸ ਵਾਲਾ ਦੌਰ ਹੈ, ਇਹਨੇ ਵਿਆਹ ਇਕੱਲਾ ਸਿਰਫ ਜਿਹੜਾ ਮਟੀਰੀਅਲਿਸਟਿਕ ਕਰਤਾ, ਚੀਜ਼ਾਂ ਦਾ ਵਿਆਹ ਕਰਤਾ, ਤੇ ਜਾਂ ਮੌਕਿਆਂ ਦਾ ਵਿਆਹ ਕਰਤਾ ਵੀ ਜੇ ਮੌਕਾ ਬਾਹਰ ਜਾਣ ਦਾ ਮਿਲੂਗਾ ਤਾਂ ਵਿਆਹ ਹੈਗਾ, ਨਹੀਂ ਤਾਂ ਨਹੀਂ ਹੈਗਾ। ਚਲੋ, ਜਿਹੜਾ ਬਾਹਰ ਜਾ ਕੇ ਕੁੜੀਆਂ ਦੇ ਕੁਝ ਬਦਲਣ ਦੇ ਕਾਰਨ ਨੇ, ਮੈਂ ਇਹੀ ਪੁੱਛਣਾ ਚਾਹੂੰਗਾ ਕਿ ਜਿਹੜੇ ਬਦਲਣ ਦੇ ਕਾਰਨ ਨੇ, ਆਖਰ ਕੀ ਇਫੈਕਟ ਪਾਉਂਦਾ ਉਹਨਾਂ ਕੁੜੀਆਂ ਨੂੰ, ਕਿ ਜਿਹੜਾ ਉਹਨਾਂ ਦੇ ਬਦਲਣ ਦਾ, ਕਿ ਹਾਂ ਸਾਨੂੰ ਇਹ ਕਾਰਨ ਸੀਗਾ ਸਾਡੇ ਬਦਲਣ ਦਾ, ਪਰ ਜੇ ਉਹਨਾਂ ਨੂੰ ਆਪਾਂ ਚਾਹੀਏ ਕਿ ਨਾ ਬਦਲਣ, ਸ਼ਾਇਦ ਆਪਦਾ ਰਿਸ਼ਤਾ ਵੀ ਕਾਇਮ ਰੱਖਣ, ਆਪਣੇ ਸੋਚ ਵੀ ਉੱਤੇ ਤੱਕ ਕੁੜੀਆਂ ਦੀ ਮੁੰਡਿਆਂ ਦੀ ਵਧੀਆ ਰਹੇ, ਇਸ ਦਾ ਕੀ ਮੁੱਖ ਕਾਰਨ ਹੈ ਕੁੜੀਆਂ ਉੱਥੇ ਜਾ ਕੇ ਬਦਲ ਜਾਂਦੀਆਂ ਨੇ, ਮੁੰਡੇ ਕੁੜੀਆਂ? ਦੇਖੋ, ਸਾਰੇ ਕੇਸਾਂ ਤਾਂ ਐਵੇਂ ਨਹੀਂ ਹੁੰਦਾ, ਪਰ ਬਹੁਤ ਸਾਰੇ ਕੇਸ ਇਹੋ ਜਿਹੇ ਆਉਂਦੇ ਨੇ, ਜਿਵੇਂ ਪੰਜਾਬ ਦੇ ਵਿੱਚ ਲਵਪ੍ਰੀਤ ਵਾਲਾ ਕੇਸ ਆਇਆ ਸੀ। ਬਾਹਰ ਜਾ ਕੇ ਕੁੜੀਆਂ ਕਿਹੜੀਆਂ ਚੀਜ਼ਾਂ ਤੋਂ ਇਫੈਕਟ ਹੋ ਜਾਂਦੀਆਂ ਨੇ, ਇਹੀ ਸਵਾਲ ਹੈ ਤੁਹਾਡਾ ਜੀ। ਉਹ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਚੀਜ਼ਾਂ ਇਫੈਕਟ ਕਰਦੀਆਂ ਨੇ, ਔਰ ਉਹਨਾਂ ਨੂੰ ਜੇ ਬਚਾਉਣਾ ਹੋਵੇ ਤਾਂ ਜਿਵੇਂ ਮੰਨ ਲਓ ਵੀ, ਕਿਉਂਕਿ ਇਹ ਚੀਜ਼ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਵਿਆਹ ਇਹਨਾਂ ਨੇ ਕਰਨੇ ਹੀ ਆ। ਸਾਡੇ ਪੰਜਾਬੀਆਂ ਨੇ 21 22 ਸਾਲ ਦੇ ਮੁੰਡੇ ਕੁੜੀਆਂ ਦੇ ਵਿਆਹ ਕਰਤੇ। ਜਿਹੜੇ 21 22 ਸਾਲ ਦੇ ਮੁੰਡੇ ਆਈਲਟਸ ਵਾਲੇ ਵਿਆਹ ਕਰਵਾ ਰਹੇ ਨੇ ਨਾ, ਉਹਨਾਂ ਲਈ ਮੈਂ ਇੱਕ ਗੱਲ ਜ਼ਰੂਰ ਦੱਸ ਦਿਆਂ ਵੀ ਤੁਸੀਂ ਇਹ ਗੱਲ ਮੇਰੀ ਜ਼ਰੂਰ ਸੁਣ ਲਿਓ, ਜੇ ਤੁਸੀਂ ਆਪਣਾ ਵਿਆਹ ਕਰਵਾ ਲਿਆ ਤਾਂ ਰਿਸ਼ਤਾ ਬਚਾ ਕੇ ਕਿੱਦਾਂ ਰੱਖਣਾ। ਉਹਨਾਂ ਕੰਮਾਂ ਦੇ ਵਿੱਚ ਇੱਕ ਦੂਜੇ ਨੂੰ ਰਿਸ਼ਤਾ ਬਣਾਉਣ ਦੇ ਵਿੱਚ ਕੀ ਖਿੱਚ ਹੈ, ਕਿ ਜਦੋਂ ਅਸੀਂ ਵਿਆਹ ਕਰਾ ਲੈਂਦੇ ਛੋਟੀ ਉਮਰ ਦੇ ਵਿੱਚ, ਛੋਟੀ ਉਮਰ ਦਾ 21 22 ਸਾਲ ਦਾ ਮੁੰਡਾ ਨੌਜਵਾਨ ਕੀ ਸੋਚਦਾ, ਉਹਨਾਂ ਦਾ ਧਿਆਨ ਰੱਖਣਾ ਪੈਂਦਾ। ਮੰਨ ਲਓ ਇੱਕ ਕੁੜੀ ਨੇ ਮੁੰਡੇ ਨਾਲ ਵਿਆਹ ਕਰਾ ਲਿਆ, ਜਦੋਂ ਕੁੜੀ ਤੇ ਮੁੰਡੇ ਦਾ ਵਿਆਹ ਹੋ ਜਾਂਦਾ, ਜੇ ਦੋਨੇ ਇੰਡੀਆ ਦੇ ਵਿੱਚ ਨੇ ਨਾ, ਉਹ ਮੰਨ ਲਓ ਇੱਕ ਕੁੜੀ ਤੇ ਮੁੰਡੇ ਦਾ ਵਿਆਹ ਨਹੀਂ ਹੈਗਾ, ਰਿਸ਼ਤਾ ਹੈ ਵੈਸੇ, ਉਹਨਾਂ ਦਾ ਪ੍ਰੇਮ ਚੱਲ ਰਿਹਾ, ਉਹਨਾਂ ਦਾ ਅਫੇਅਰ ਚੱਲ ਰਿਹਾ, ਗਰਲਫ੍ਰੈਂਡ ਬॉयਫ੍ਰੈਂਡ ਨੇ, ਉਹ ਜਦੋਂ ਇੰਡੀਆ ਦੇ ਵਿੱਚ ਨੇ ਦੋਨੇ ਜਾਣੇ, ਉਹਨਾਂ ਦਾ ਮੰਨ ਲਓ ਚੰਡੀਗੜ੍ਹ ਰਹਿੰਦੇ ਨੇ, ਰੋਜ਼ ਮਿਲਦੇ ਨੇ ਆਪਸ ਵਿੱਚ, ਇਕੱਠੇ ਕੰਮ ਤੇ ਜਾਂਦੇ ਨੇ, ਜਾਂ ਰਾਤ ਸ਼ਾਮ ਨੂੰ ਮਿਲਦੇ ਨੇ, ਫਿਰ ਰੋਟੀ ਬਣਾ ਕੇ ਉਹਦੇ ਲਈ ਜਾਂਦੀ ਹੈ, ਉਹ ਨਾ ਸਾਰਾ ਇਹੋ ਜਿਹਾ ਕੁਛ ਚੱਲ ਰਿਹਾ। ਇੱਕਦਮ ਉਹ ਕੁੜੀ ਦਾ ਵੀਜ਼ਾ ਆ ਜਾਂਦਾ, ਕੁੜੀ ਬਾਹਰ ਚਲੀ ਗਈ ਮੰਨ ਲਓ ਜੀ। ਜਦੋਂ ਬਾਹਰ ਚਲੀ ਗਈ, ਉਹ ਜਿਹੜਾ, ਚਲੋ ਇਹ ਤਾਂ ਆਇਲਸ ਵਾਲੀ ਗੱਲ ਤਾਂ ਅਲੱਗ ਹੈ, ਪਰ ਜਿਹੜੇ ਉਹ ਕਹਿੰਦੇ ਨੇ ਵੀ ਜਦੋਂ ਜਿਨ੍ਹਾਂ ਦਾ ਇੱਧਰ ਪ੍ਰੇਮ ਹੋਵੇ, ਗਰਲਫ੍ਰੈਂਡ ਬॉयਫ੍ਰੈਂਡ ਹੋਵੇ, ਉਹਨਾਂ 'ਚ ਜਦੋਂ ਕੁੜੀ ਬਾਹਰ ਚਲੀ ਜਾਂਦੀ ਹੈ ਤੇ ਬਾਹਰ ਜਾ ਕੇ ਬਦਲ ਦਿੰਦੀ ਹੈ, ਇੱਧਰ ਨੂੰ ਛੱਡ ਦਿੰਦੀ ਹੈ, ਉਹਦੇ ਸੰਦਰਭ ਦੇ ਨਾਲ ਉਹ ਚੀਜ਼ ਨੂੰ ਮੈਂ ਐਕਸਪਲੇਨ ਕਰਦਾ ਵੀ ਕਿਵੇਂ ਹੁੰਦਾ। ਉਹ ਇੱਦਾਂ ਹੁੰਦਾ ਵੀ ਜਦੋਂ ਬਾਹਰ ਚਲੀ ਜਾਂਦੀ ਹੈ ਨਾ, ਉਹ ਜਿਹੜਾ ਇੰਡੀਆ ਤੇ ਕੈਨੇਡਾ ਦਾ ਜਿਹੜਾ ਸਮਾਜਿਕ ਤੌਰ ਤਰੀਕਾ, ਉਹਦਾ ਫਰਕ ਹੈ, ਉਹ ਵਿਕਸਿਤ ਨੇ, ਅਸੀਂ ਪਿੱਛੇ ਹਾਂ, ਤਾਂ ਹੀ ਅਸੀਂ ਉੱਧਰ ਜਾਂਦੇ ਹਾਂ, ਤਾਂ ਪਤਾ ਹੀ ਹੈ ਸਾਨੂੰ, ਉਹ ਲੋਕ ਸਾਡੇ ਤੋਂ ਅੱਗੇ ਨੇ, ਉਸ ਦਾ ਤੌਰ ਤਰੀਕਾ ਅੱਗੇ ਹੈ। ਜਿਹੜੀ ਕੁੜੀ ਜਾਂ ਮੁੰਡਾ, ਜਿਹੜਾ ਵੀ ਬੰਦਾ ਬਾਹਰ ਚਲੇ ਗਿਆ, ਚਲੋ ਮੰਨ ਲਓ ਕੁੜੀ ਬਾਹਰ ਚਲੀ ਗਈ, ਉਹਨੇ ਉੱਥੋਂ ਦੇ ਤੌਰ ਤਰੀਕੇ ਦੇ ਨਾਲ ਵਿਕਸਿਤ ਹੋਣਾ, ਉਹਦੀ ਸੋਚ ਨੇ ਥੋੜ੍ਹਾ ਜਿਹਾ ਖੁੱਲ੍ਹੇ ਹੋਣਾ। ਜਿਹੜਾ ਇੱਧਰਲਾ ਸਾਡਾ ਇੱਕ ਜਿਹੜਾ ਮੁੰਡਾ ਇੱਧਰ ਬਾਹਰ ਰਹਿ ਜਾਂਦਾ, ਉਹਨੇ ਇਸੇ ਤਰੀਕੇ ਨਾਲ ਰਹਿਣਾ। ਉਹ ਇੱਧਰ ਰਹਿੰਦੇ ਬਹੁਤ ਟਾਈਮ ਵਿਹਲੇ ਸਪੈਂਡ ਕਰਦੇ ਆਪਸ ਦੇ ਵਿੱਚ, ਵਿਹਲੀਆਂ ਗੱਲਾਂ ਕਰਦੇ ਆ। ਉੱਧਰ ਜਾ ਕੇ ਉਹ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ, ਉਹ ਵਿਹਲੀਆਂ ਚੀਜ਼ਾਂ ਜਿਹੜੀਆਂ ਵਿਹਲੀਆਂ ਗੱਲਾਂ ਇੱਧਰ ਕੀਤੀਆਂ ਹੁੰਦੀਆਂ ਉਹਨੇ, ਉਹ ਸਾਰੀਆਂ ਚੀਜ਼ਾਂ ਉਹਨੂੰ ਗਲਤ ਲੱਗਣ ਲੱਗ ਜਾਂਦੀਆਂ ਵੀ ਨਹੀਂ ਵਿਹਲਾ ਰਹਿਣਾ ਤਾਂ ਬਹੁਤ ਗਲਤ ਗੱਲ ਹੈ। ਜਾਂ ਵਿਹਲੀਆਂ ਜਿਹੀਆਂ ਗੱਲਾਂ, ਫਾਲਤੂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਇੱਧਰ ਇਕੱਠਿਆਂ ਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਸੀ, ਕੁੜੀ ਨੂੰ ਬਾਹਰ ਜਾ ਕੇ
ਨਹੀਂ ਚੰਗੀਆਂ ਲੱਗਣੋਂ ਹਟ ਜਾਂਦੀਆਂ ਨੇ, ਕਿਉਂਕਿ ਉਹ ਉਧਰ ਹੀ ਲਾਈਫ ਦੇ ਵਿੱਚ, ਕੰਮ ਵਾਲੀ ਲਾਈਫ ਦੇ ਵਿੱਚ, ਬਿਜ਼ੀ ਲਾਈਫ ਦੇ ਵਿੱਚ ਪੈ ਜਾਂਦੀ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਉਹਦੀਆਂ ਗੱਲਾਂ ਬਦਲ ਜਾਂਦੀਆਂ ਨੇ, ਗੱਲਾਂ ਉਹਦੀਆਂ ਬਾਹਰਲੇ ਤੌਰ ਤਰੀਕੇ ਦੇ ਨਾਲ ਬਦਲਦੀਆਂ ਨੇ, ਨੈਚੁਰਲ, ਪਰ ਉਹਨੂੰ ਲੱਗਦਾ, ਮੁੰਡੇ ਨੂੰ ਲੱਗਦਾ ਵੀ ਨਹੀਂ ਇਹਦੀਆਂ ਗੱਲਾਂ ਬਦਲ ਗਈਆਂ, ਤਾਂ ਹਵਾ 'ਚ ਆ ਗਈ, ਇਹ ਜ਼ਿਆਦਾ ਸਿਆਣੀਆਂ ਗੱਲਾਂ ਕਰਨ ਲੱਗ ਗਈ, ਐਂ ਹੋ ਗਿਆ। ਉਹ ਜਿਹੜੀਆਂ ਇੱਧਰਲੀ ਕੋਈ ਕਮਲੀਆਂ ਜਿਹੀਆਂ ਗੱਲਾਂ ਕਰਦਾ ਤੇ ਉਹ ਰੋਕਦੀ ਹੈ ਵੀ ਨਹੀਂ ਇਹ ਨਹੀਂ, ਤੂੰ ਕੰਮ ਬਾਰੇ ਸੋਚ, ਕੰਮ ਬਾਰੇ ਸੋਚ। ਉਹਨੂੰ ਲੱਗਦਾ ਵੀ ਨਹੀਂ, ਜਿਹੜੀਆਂ ਸਾਡੇ ਪਿਆਰ ਵਾਲੀਆਂ ਗੱਲਾਂ ਸੀ, ਮੇਨ ਜਿਹੜੀਆਂ ਅਸੀਂ ਯਾਦ ਰੱਖਾਂਗੇ, ਉਹਨਾਂ ਬਾਰੇ ਤਾਂ ਗੱਲ ਨਹੀਂ ਕਰਦੀ, ਇਹਦੀ ਤਾਂ ਕੋਈ ਹਵਾ ਖਰਾਬ ਹੋ ਗਈ, ਇੱਥੋਂ ਮੁੰਡਾ ਸੋਚਣ ਲੱਗ ਜਾਂਦਾ। ਦੂਜੀ ਗੱਲ ਉਹ ਸੋਚਦਾ ਮੁੰਡਾ ਇਸ ਗੱਲ ਤੋਂ ਸੋਚਣ ਲੱਗ ਜਾਂਦਾ ਜਦੋਂ ਕੁੜੀ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੀ ਹੈ ਉੱਧਰ ਜਾ ਕੇ। ਹੁਣ ਇੱਧਰ ਸਾਰਾ ਦਿਨ ਉਹਨੇ ਫੋਨ ਕਰਨਾ, ਕੁੜੀ ਨੂੰ ਜ਼ਿਆਦਾ ਆਦਤ ਹੁੰਦੀ ਹੈ ਫੋਨ ਕਰਨ ਦੀ, ਫੋਨ ਕਰਨਾ, ਫੋਨ ਕਰਕੇ ਗੱਲਾਂ ਮਾਰੀ ਜਾਂਦੀਆਂ, ਸਾਰੀ ਰਾਤ ਗੱਲਾਂ ਮਾਰੀ ਜਾਣੇ। ਇੱਕੋ ਦਮ ਬਾਹਰ ਜਾ ਕੇ ਉਹਦਾ ਟਾਈਮ ਬਹੁਤ ਘੱਟ ਜਾਂਦਾ, ਉਹਦੇ ਕੋਲ ਗੱਲਾਂ ਮਾਰਨ ਦਾ ਟਾਈਮ ਘੱਟ ਰਹਿ ਜਾਂਦਾ। ਜਦੋਂ ਛੋਟੇ ਟਾਈਮ ਦੇ ਵਿੱਚ ਉਹ ਤੇਜ਼ੀ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੀ, ਤੇ ਇੱਧਰਲੇ ਸੀ ਮੁੰਡੇ ਜਿਹੜੇ ਉੱਥੇ ਹੀ ਖੜੇ ਹੁੰਦੇ ਆ, ਉਹ ਕੈਨੇਡਾ ਦੇ ਹਿਸਾਬ ਦੇ ਨਾਲ ਵਿਕਸਿਤ ਨਹੀਂ ਹੋਏ ਹੁੰਦੇ, ਕਿਉਂਕਿ ਉਹ ਇੱਧਰ ਹੀ ਰਹੇ ਹੁੰਦੇ ਆ। ਜੇ ਉਹਨਾਂ ਨੇ ਜਾਣਾ ਹੁੰਦਾ, ਉਹ ਉਸ ਤੌਰ ਤਰੀਕੇ ਨੂੰ ਸੋਚਣਾ, ਉਸ ਤਰੀਕੇ ਦੇ ਨਾਲ ਸੋਚਦੇ ਨਹੀਂ। ਐਵੇਂ ਜਿਹੜਾ ਆਇਲਸ ਵਾਲਾ ਸਿਸਟਮ ਹੈ, ਆਇਲਸ ਦੇ ਵਿੱਚ ਜਦੋਂ ਆਇਲਸ ਕਰਾ ਕੇ ਕੁੜੀ ਤੇ ਮੁੰਡੇ ਦਾ ਵਿਆਹ ਹੋਇਆ, ਉਹ ਪਹਿਲੇ ਮਹੀਨਾ ਡੇਢ ਮਹੀਨਾ ਜਿਹੜਾ ਟਾਈਮ ਇੱਥੇ ਰਹਿੰਦੇ, ਆਪਸ ਵਿੱਚ ਰਹਿੰਦੇ ਨੇ, ਇਕੱਠੇ ਰਹਿੰਦੇ ਨੇ, ਜਾਂ ਫੋਨ ਗੱਲ ਕਰਦੇ ਨੇ, ਜਾਂ ਜਦੋਂ ਰਿਸ਼ਤਾ ਹੋਇਆ ਉਦੋਂ ਵੀ ਗੱਲ ਕਰਦੇ ਨੇ, ਤੇ ਜਾਂ ਉਹਨਾਂ ਦਾ ਜਿਹੜਾ ਮਾਹੌਲ ਹੁੰਦਾ, ਕੁੜੀ ਦੇ ਮੁੰਡੇ ਨੇ ਦੇਖਿਆ ਹੁੰਦਾ ਵੀ ਇਹ ਮੁੰਡਾ ਇਦਾਂ ਦਾ ਰਹਿਣ ਵਾਲਾ, ਜਾਂ ਪਰਿਵਾਰ ਨੇ ਦੇਖਿਆ ਹੁੰਦਾ। ਜਦੋਂ ਕੁੜੀ ਬਾਹਰ ਚਲੀ ਜਾਂਦੀ ਹੈ, ਉਹਦਾ ਮਾਹੌਲ ਬਦਲ ਜਾਂਦਾ, ਮੁੰਡੇ ਦਾ ਮਾਹੌਲ ਜਿਹੜਾ ਉੱਦਾਂ ਦਾ ਰਹਿ ਜਾਂਦਾ। ਇਸ ਕਰਕੇ ਕੁੜੀ ਦੇ ਹਿਸਾਬ ਦੇ ਨਾਲ ਮੁੰਡਾ ਜੇ ਵਿਕਸਿਤ ਹੋ ਜੇ, ਮੁੰਡਾ ਵੀ ਇੱਧਰ ਬੈਠਾ ਇਹ ਸੋਚ ਲੇ ਵੀ ਨਹੀਂ ਹਾਂ ਇੱਦਾਂ ਹੀ, ਉੱਧਰ ਜਾ ਕੇ ਗੱਲ ਬਦਲਦੀ ਹੈ। ਜੇ ਇੱਧਰ ਮੈਂ ਉਹਦੇ ਨਾਲ ਵਿਹਲੀਆਂ ਗੱਲਾਂ ਕਰਦਾ ਹੁੰਦਾ ਸੀ, ਤੇ ਜੇ ਉੱਧਰ ਜਾ ਕੇ ਉਹ ਇਹ ਗੱਲ ਕਰਦੀ ਸਿਆਣੀ, ਤਾਂ ਮੈਂ ਵੀ ਉਹਦੇ ਨਾਲ ਸਿਆਣੀ ਗੱਲ ਕਰਾਂ ਵੀ ਨਹੀਂ ਹਾਂ ਸੱਚਮੁੱਚ ਵੀ ਕੰਮ ਇੱਧਰ ਮੈਨੂੰ ਵੀ ਕਰ ਲੈਣਾ ਚਾਹੀਦਾ। ਉਹਦੇ ਨਾਲ ਵਿਕਸਿਤ ਹੋਵੇ, ਉਹਦੇ ਸੋਚ ਦੇ ਮੁਤਾਬਕ ਬੋਲਣਾ ਸ਼ੁਰੂ ਕਰ ਦੇ, ਤਾਂ ਫਿਰ ਉਹ ਮਤਲਬ ਜਿਹੜਾ ਰਿਸ਼ਤਾ ਸਟੇਬਲ ਰਹਿ ਸਕਦਾ। ਅੱਛਾ, ਰਿਸ਼ਤਾ ਜਿਹੜਾ ਤੁਹਾਡਾ ਮੇਨ ਕੁਐਸਚਨ ਸੀ, ਟੁੱਟਦੇ ਕਿਉਂ ਨਹੀਂ, ਮਤਲਬ ਚਲੋ ਸਟੇਬਲ ਨਹੀਂ ਰਿਹਾ, ਤਾਂ ਟੁੱਟਣ ਦਾ ਮੇਨ ਕਾਰਨ ਕੀ ਬਣਦਾ? ਇੱਕ ਤਾਂ ਕਾਰਨ ਇਹ ਬਣ ਗਿਆ, ਦੂਜਾ ਕਾਰਨ ਮੇਨ ਇਹ ਬਣਦਾ ਕਿ ਜਦੋਂ ਮੁੰਡਾ ਉਹਦੇ ਅਕੋਰਡਿੰਗ ਗੱਲਾਂ ਨਹੀਂ ਨਾ ਕਰਦਾ ਜੀ, ਜਾਂ ਮੁੰਡੇ ਦੀ ਜਿਹੜੀ ਸੋਚ ਜਾਂ ਉਹਦੇ ਨਾਲ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਤਾਂ ਇੱਕ ਮੈਂ ਲਾਈਵ ਵੀ ਕਰ ਰਿਹਾ ਸੀ, ਉਹਦੇ ਵਿੱਚ ਵੀ ਅੱਜ ਇੱਕ ਗੱਲ ਮੈਂ ਕਹੀ ਸੀ, ਕਹਿੰਦੇ ਵੀ ਇੱਕ ਆ ਮੁੰਡੇ ਕੁੜੀਆਂ ਦੇ ਵਿੱਚ ਬੜੀ ਗੱਲ ਪ੍ਰਚਲਿਤ ਹੈ, ਕਹਿੰਦੇ ਆਪਣੀ ਗਰਲਫ੍ਰੈਂਡ ਨੂੰ ਕਦੇ ਰੁੱਸਣ ਨਾ ਦਿਓ, ਕਿਉਂਕਿ ਬਹੁਤ ਭੂੰਡ ਹੱਸ ਕੇ ਬੈਠੇ ਹੁੰਦੇ ਉਹਨੂੰ ਮਨਾਉਣ ਦੇ ਲਈ। ਤੇ ਜਦੋਂ ਉਹ ਆਪਣੀ ਜਿਹੜੀ ਘਰ ਵਾਲੀ ਦੇ ਨਾਲ ਗੱਲਬਾਤ ਪ੍ਰੋਪਰ ਨਹੀਂ ਕਰਦਾ, ਜਾਂ ਲੜਾਈ ਸ਼ੁਰੂ ਹੋਣ ਲੱਗ ਜਾਂਦੀ ਹੈ, ਤਾਂ ਉਦੋਂ ਫਿਰ ਉਹ ਬਹੁਤ ਮਾਡਰਨ ਮਾਹੌਲ ਦੇ ਵਿੱਚ ਗਈ ਹੋਈ ਹੈ। ਉੱਥੇ ਇਹ ਤਾਂ ਹੈ ਨਹੀਂ ਵੀ ਇੱਥੇ ਉਹ ਇਕੱਲੀ ਕੁੜੀਆਂ 'ਚ ਰਹਿੰਦੀ ਸੀ, ਤਾਂ ਉੱਥੇ ਇਕੱਲੀ ਕੁੜੀਆਂ 'ਚ ਰਹੇਗੀ, ਉੱਥੇ ਉਹਦੇ ਨਾਲ ਮੁੰਡੇ ਵੀ ਪੜ੍ਹਦੇ ਨੇ ਜੀ। ਉੱਥੇ ਫਿਰ ਇਹੋ ਜਿਹੇ ਮੁੰਡੇ ਬਹੁਤ ਹੁੰਦੇ ਨੇ ਕਹਿਣ ਵਾਲੇ, ਜਦੋਂ ਉਹਦਾ ਸਾਈਡ ਦੇਖਦੇ ਨੇ ਵੀ ਤੂੰ ਨਾਰਾਜ਼ ਕਾਹਤੋਂ, ਉਦਾਸ ਕਾਹਤੋਂ ਹੈ, ਤਾਂ ਦੱਸਦੀ ਹੈ ਕਿ ਮੇਰਾ ਆਪਣੇ ਹਸਬੈਂਡ ਦੇ ਨਾਲ ਰੌਲਾ ਹੋ ਗਿਆ, ਐਂ ਹੋ ਗਿਆ। ਉਹਨੂੰ ਫਿਰ ਉਹਨਾਂ ਮੁੰਡਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਦਾ ਰਿਸ਼ਤਾ ਹੈ, ਇਹਨਾਂ ਦੇ ਮਾਂ ਪਿਓ ਨੇ ਕਿੰਨਾ ਕੁਛ ਸੋਚ ਕੇ ਕੀਤਾ ਹੈ। ਨਹੀਂ, ਉਹਨਾਂ ਨੇ ਮੁੰਡਿਆਂ ਨੇ ਆਪਦੀ ਸੋਚ ਵਿੱਚ ਥੋਪ ਦੇਣੀ ਹੁੰਦੀ ਹੈ। ਉਹ ਵਿੱਚ ਕਹਿਣ ਲੱਗ ਜਾਂਦੇ ਨੇ ਨਹੀਂ ਤੂੰ ਉਹ ਮੁੰਡੇ ਦੇ ਪਿੱਛੇ ਕਾਹਤੋਂ ਲੱਗੀ, ਕੀ ਹੋ ਗਿਆ ਜੇ ਪੈਸੇ ਲਾਤੇ, ਹੁਣ ਦੱਸ ਤੂੰ ਕਮਾ ਨਹੀਂ ਸਕਦੀ, ਕਮਾ ਕੇ ਮੂੰਹ ਤੇ ਮਾਰ ਕਾਹਤੋਂ ਉਹਨਾਂ ਦੀਆਂ ਗੱਲਾਂ ਸੁਣਦੀਆਂ, ਐਂ ਸੁਣਦੀਆਂ। ਇਹੋ ਜਿਹੀਆਂ ਗੱਲਾਂ ਦੇ ਵਿੱਚ ਕੁੜੀਆਂ ਆ ਜਾਂਦੀਆਂ ਨੇ, ਕੁੜੀਆਂ ਸੌਫਟ ਦਿਲ ਹੁੰਦੀਆਂ ਨੇ, ਇਹੋ ਜਿਹੀਆਂ ਗੱਲਾਂ ਦੇ ਵਿੱਚ ਕੁੜੀਆਂ ਆ ਜਾਂਦੀਆਂ ਨੇ। ਵੈਸੇ ਜੇ ਕੁੜੀ ਦੇ ਮਨ ਦੇ ਵਿੱਚ ਗੱਲ ਰੱਖੀ ਹੋਈ ਹੈ ਵੀ ਨਹੀਂ ਮੈਂ ਆਪਦੇ ਰਿਸ਼ਤਾ ਨਿਭਾਉਣਾ, ਫਿਰ ਨਹੀਂ ਆਉਂਦੀਆਂ। ਪਰ ਜਦੋਂ ਅਸੀਂ ਰਿਸ਼ਤੇ ਦੇ ਵਿੱਚ ਆਪ ਹੀ ਤਰੇੜ ਪਾਈ ਹੋਈ ਹੈ, ਮੁੰਡੇ ਵੱਲੋਂ ਇੰਨੀ ਤਰੇੜ ਪਾਈ ਹੋਈ ਹੈ, ਤੇ ਕੁੜੀ ਪਹਿਲਾਂ ਹੀ ਮਤਲਬ ਇਸ ਰਿਸ਼ਤੇ ਤੋਂ ਅੱਕੀ ਹੋਈ ਹੈ, ਤੇ ਉਹਨੂੰ ਕੁਝ ਹੌਸਲਾ ਦੇਣ ਵਾਲਾ ਆ ਜਾ, ਤੇ ਨੈਚੁਰਲ ਪ੍ਰੋਸੈਸ ਹੈ ਕਿ ਸਾਡਾ ਮਾਈਂਡ ਉਧਰ ਨੂੰ ਡਾਈਵਰਟ ਹੋ ਜਾਂਦਾ। ਹੁਣ ਭਗਵੰਤ ਮਾਨ ਨੂੰ ਜੇ ਮੰਨ ਲਓ ਕੇਜਰੀਵਾਲ ਸੀਐਮ ਚਿਹਰਾ ਬਣਾਊਗਾ ਹੀ ਨਹੀਂ, ਤੇ ਕੱਲ ਨੂੰ ਕੋਈ ਹੋਰ ਪਾਰਟੀ ਆ ਕੇ ਕਹਿੰਦੇ ਅਸੀਂ ਤੁਹਾਨੂੰ ਮੰਤਰੀ ਬਣਾਉਣੇ, ਤਾਂ ਫਿਰ ਭਗਵੰਤ ਮਾਨ ਨੇ ਜਾਣਾ ਹੀ ਹੈ। ਸੋ ਨੈਚੁਰਲ ਪ੍ਰੋਸੈਸ ਹੈ ਇਹ। ਸਾਡੇ ਮਨ ਦੇ ਵਿੱਚ ਇਹੋ ਜਿਹੀ ਫੀਲਿੰਗ ਆ ਜਾਂਦੀ ਵੀ ਜਿੱਧਰਲੇ ਪਾਸੇ ਸਾਨੂੰ ਸੌਖ ਮਿਲਦੀ ਹੈ, ਸੌਖੀ ਲਾਈਫ ਮਿਲਦੀ ਹੈ, ਉਧਰਲੇ ਪਾਸੇ ਜਾਵੜੀਏ, ਕਿਉਂਕਿ ਇਸ ਰਿਸ਼ਤੇ 'ਤੇ ਮੇਰਾ ਕਲੇਸ਼ ਹੀ ਰਹਿੰਦਾ। ਜੇ ਕੋਈ ਬਾਹਰਲਾ ਮੁੰਡਾ ਉਹਨੂੰ ਕੁਛ ਕਹਿਣ ਲੱਗ ਜਾਂਦਾ, ਤਾਂ ਬਾਹਰਲੇ ਮੁੰਡੇ ਨਾਲੇ ਨਿਭਾਉਣੀ ਵੀ ਨਹੀਂ ਹੁੰਦੀ। ਉਹ ਕਦੋਂ ਨਿਭਾਊਗਾ? ਉਹ ਕਹਿ ਦਿੰਦਾ ਵੀ ਇਹ ਤਾਂ ਆਲਰੇਡੀ ਵਿਆਹੀ ਹੋਈ ਆ, ਬਸ ਆਪਦੇ 4 ਦਿਨਾਂ ਦੇ ਆਨੰਦ ਲਈ ਜਾਂ 4 ਦਿਨਾਂ ਦੀਆਂ ਗੱਲਾਂ ਦੇ ਲਈ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕੁੜੀਆਂ ਜਾਲ ਦੇ ਵਿੱਚ ਫਸ ਜਾਂਦੀਆਂ ਨੇ, ਜਿਨ੍ਹਾਂ ਕਰਕੇ ਰਿਸ਼ਤੇ ਟੁੱਟਦੇ ਨੇ। ਪਰ ਇੱਕ ਗੱਲ ਇੱਥੇ ਸ਼ੋਰ ਹੈ, ਜੇ ਮੁੰਡਾ ਰਿਸ਼ਤੇ ਨੂੰ ਸੰਭਾਲਣਾ ਚਾਹਵੇ ਤਾਂ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਸਕਦਾ। ਜਿਹੜੀਆਂ ਕੁੜੀਆਂ ਬਾਹਰ ਜਾ ਕੇ ਕੁਛ ਗੱਲਾਂ ਬਦਲਦੀਆਂ ਨੇ ਆਪਦੀਆਂ, ਉਹ ਗੱਲਾਂ ਐ ਨਾ ਕਿਹਾ ਕਰੋ ਵੀ ਤੂੰ ਜਾਣ ਕੇ ਬਦਲੀਆਂ ਨੇ, ਉਹ ਸਮਾਜ ਦੇ ਹਿਸਾਬ ਦੇ ਨਾਲ ਗੱਲਾਂ ਬਦਲੀਆਂ ਹੁੰਦੀਆਂ ਨੇ। ਤੁਸੀਂ ਉਹਨਾਂ ਨੂੰ ਕਹਿਣ ਲੱਗ ਜਾਂਦੇ ਤੂੰ ਜਾਣ ਕੇ ਗੱਲਾਂ ਬਦਲੀਆਂ ਨੇ, ਤੇਰੀਆਂ ਗੱਲਾਂ ਬਦਲ ਗਈਆਂ, ਉੱਥੋਂ ਰੌਲਾ ਪੈਣ ਸ਼ੁਰੂ ਹੋ ਜਾਂਦਾ। ਉਹਨੂੰ ਐਕਸਪਲੇਨ ਨਹੀਂ ਕਰਨਾ ਹੁੰਦਾ ਵੀ ਨਹੀਂ ਉਹ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਂਦਾ। ਐਕਸਪਲੇਨ ਵੀ ਕਿਉਂ ਨਹੀਂ ਕਰਨਾ ਹੁੰਦਾ, ਜੋ ਰਿਸ਼ਤਾ ਵੀ ਕਿਉਂ ਨਹੀਂ ਬਚਾ ਸਕਦੇ ਨੇ, ਛੋਟੀਆਂ ਗੱਲਾਂ ਤੇ ਲੜ ਵੀ ਕਾਹਤੋਂ ਪੈਂਦੇ ਨੇ। ਇਹਦਾ ਵੱਡਾ ਕਾਰਨ ਕਿ ਉਹਨਾਂ ਦੀ ਉਮਰ ਹੀ ਐਡੀ ਛੋਟੀ ਹੁੰਦੀ ਹੈ। ਉਹ ਹੁੰਦੇ ਬਚਪਨੇ 'ਚ ਅਜੇ 20 ਸਾਲ ਕੋਈ ਉਮਰ ਥੋੜ੍ਹੀ ਹੁੰਦੀ ਹੈ ਵਿਆਹ ਦੀ। ਇਹ ਬਹੁਤ ਵੱਡਾ ਘਿਨਾਉਣਾ ਕੰਮ ਹੋ ਰਿਹਾ ਪੰਜਾਬ ਦੇ ਵਿੱਚ, ਹੁਣ ਤਾਂ ਹਰਿਆਣੇ 'ਚ ਵੀ ਸ਼ੁਰੂ ਹੋ ਗਿਆ ਕਿ ਤੁਸੀਂ 20 ਸਾਲ 21 ਸਾਲ ਦੀ ਕੁੜੀਆਂ ਮੁੰਡਿਆਂ ਨੂੰ ਵਿਆਹੀ ਜਾਂਦੇ ਹੋ, ਔਰ ਵਿਆਹ ਵੀ ਇਸ ਕਰਕੇ ਜਾਂਦੇ ਹੋ ਬਸ ਬਾਹਰ ਚਲੇ ਜਾਣਗੇ, ਸਾਡੇ ਮੁੰਡੇ ਨੂੰ ਬਾਹਰ ਲੈ ਜਾਊਗਾ, ਥੋੜੇ ਪੈਸੇ ਲਾਤੇ, ਇੱਕ ਦੂਜੇ ਨੂੰ ਮਿਹਨੋ-ਮਿਹਨੀ ਕਰਾਈ ਜਾਂਦੇ ਹੋ। ਕੁੜੀ ਕਹਿੰਦੀ ਮੈਲਸ ਕੀਤਾ ਤੂੰ ਤਾਂ ਬਾਹਰ ਆਇਆ, ਤੈਨੂੰ ਪੜ੍ਹਾਈ ਨਹੀਂ ਆਉਂਦੀ। ਮੁੰਡਾ ਕਹਿੰਦਾ ਮੈਂ ਪੈਸੇ ਲਾਏ ਤੂੰ ਤਾਂ ਬਾਹਰ ਆਈ, ਤੇਰੇ ਪਿਓ ਕੋਲੇ ਪੈਸੇ ਹੈ ਨਹੀਂ। ਇਹੋ ਜਿਹੀਆਂ ਚੀਜ਼ਾਂ ਤੁਸੀਂ ਮਿਹਨੇ ਪਹਿਲੇ ਦਿਨ ਤੋਂ ਰਿਸ਼ਤੇ 'ਚ ਪੈਣ ਲੱਗ ਜਾਣਗੇ, ਕੱਲ੍ਹ ਨੂੰ ਕਿਵੇਂ ਨਿਭਣਗੇ? ਫਿਰ ਤੁਸੀਂ ਤਲਾਕ ਦਾ ਰੇਟ ਦੇਖੋ, ਤੁਸੀਂ ਜਿੰਨੇ ਵੀ ਮੁੰਡੇ ਕੁੜੀਆਂ ਦੇ ਤਲਾਕ ਹੋ ਰਹੇ ਆ ਨਾ, ਪਹਿਲਾਂ ਤਲਾਕ ਹੁੰਦੇ ਸੀ 30 ਤੋਂ 35 30 ਤੋਂ 40 ਸਾਲਾਂ ਦੇ ਵਿਚਾਲੇ,
ਹੁਣ ਤਲਾਕ ਹੋਣ ਲੱਗ ਗਏ 20 ਤੋਂ 30 ਸਾਲਾਂ ਦੇ ਵਿਚਾਲੇ, ਉਹ ਤਾਂ ਹੋਣ ਲੱਗ ਗਏ ਕਿਉਂਕਿ ਉਹਨਾਂ ਦੇ ਵਿੱਚੋਂ ਜਿੰਨੇ ਵੀ ਤਲਾਕ ਹੁੰਦੇ ਉਹਨਾਂ ਦੇ ਵਿੱਚੋਂ ਮੈਕਸਿਮਮ ਰੇਟ ਆਈਲਟਸ ਵਾਲੇ ਹੋਣਗੇ। ਆਈਲਟਸ ਵਾਲਾ ਕੀਤਾ ਰਿਸ਼ਤਾ ਕਦੇ ਨਿਭਦਾ ਨਹੀਂ ਯਾਰ। ਆਈਲਟਸ ਤੇ ਕੀਤਾ ਰਿਸ਼ਤਾ ਬਹੁਤ ਘੱਟ ਚਾਂਸ ਹੈ ਵੀ ਨਿਭੂਗਾ, ਨਹੀਂ ਤਾਂ ਨਿਭਦਾ ਨਹੀਂ, ਕਿਉਂਕਿ ਕੱਲੀ ਆਈਲਟਸ ਦੇ ਸਿਰ ਤੇ ਕੀਤਾ ਹੋਊਗਾ, ਉਹ ਕੱਲੇ ਬਾਹਰ ਜਾਂਦੇ ਸਿਰ ਤੇ ਕੀਤਾ ਹੋਊਗਾ। ਕੁੜੀ ਜੇ ਮੰਨ ਲਓ ਕਿਸੇ ਦੇ ਘਰੇ ਚਲੀ ਗਈ, ਉਹਦਾ ਬਾਹਰ ਜਾਣ ਦਾ ਸੁਪਨਾ, ਉਹਨਾਂ ਨੇ ਪੈਸੇ ਲਾਤੇ ਤੇ ਉਸ ਤੋਂ ਬਾਅਦ ਉਹਦਾ ਵੀਜ਼ਾ ਨਹੀਂ ਆਇਆ, ਤਾਂ ਜਾਂ ਮੁੰਡਾ ਜਿਹੜਾ ਉਹ ਕਿਚਕਿਚ ਕਰਨ ਲੱਗ ਜੂ ਘਰੇ, ਜਾਂ ਕੁੜੀ ਦਾ ਮਨ ਹੋਊਗਾ ਉਹ ਕਿਚਕਿਚ ਕਰਨ ਲੱਗ, ਤੁਸੀਂ ਫਾਈਲ ਨਹੀਂ ਸਹੀ ਲਾਈ, ਉਹ ਕਹੂਗੀ ਤੇਰੀ ਫਾਈਲ ਦੇ ਵਿੱਚ ਹੈ ਹੀ ਸਹੀ ਨਹੀਂ, ਤੇਰੇ ਨੰਬਰ ਘੱਟ ਸੀ ਇਸ ਕਰਕੇ ਨਹੀਂ ਆਇਆ। ਸੋ ਇਹੋ ਜਿਹੀਆਂ ਚੀਜ਼ਾਂ ਮਤਲਬ ਹੋ ਜਾਂਦੀਆਂ। ਤੇ ਇਹਦੇ ਵਿੱਚ ਹੀ ਜਿਵੇਂ ਮੰਨ ਲਓ ਵੀ ਰਿਸ਼ਤਾ ਚੱਲੀ ਜਾਂਦਾ ਆਪਸ ਵਿੱਚ, ਦੋਨਾਂ ਦਾ ਰਿਸ਼ਤਾ ਹੋਇਆ, ਇਹੋ ਜਿਹਾ ਕੇਸ ਵੀ ਮੇਰੇ ਸਾਹਮਣੇ ਆਇਆ, ਮੈਂ ਤਾਂ ਐਗਜ਼ਾਮਪਲ ਦਿੰਦਾ। ਮੰਨ ਲਓ ਵੀ ਦੋਨਾਂ ਦਾ ਰਿਸ਼ਤਾ ਹੋਇਆ ਤੇ ਉਹਨਾਂ ਨੇ ਗੱਲ ਕੀਤੀ ਸੀ ਮੁੰਡੇ ਵਾਲਿਆਂ ਨੇ ਵੀ ਅਸੀਂ ਪੈਸੇ ਲਾਵਾਂਗੇ, ਐਲਸ ਤੋਂ ਬਾਅਦ ਰਿਸ਼ਤਾ ਕਰਤਾ, ਕਰਨ ਤੋਂ ਬਾਅਦ ਮੁੰਡੇ ਵਾਲਿਆਂ ਨੇ ਪੈਸੇ ਨਹੀਂ ਲਾਏ। ਉਹ ਕਹਿੰਦੇ ਵੀ ਮੁੰਡਾ ਕਹਿੰਦਾ ਵੀ ਉਹਨਾਂ ਦੇ ਮਨ 'ਚ ਕੁਛ ਹੋਰ ਚੇਂਜ ਆ ਗਈ, ਮੁੰਡਾ ਕਹਿੰਦਾ ਵੀ ਨਹੀਂ ਆਪਾਂ ਇੱਥੇ ਰਹਿ ਕੇ ਕੁਛ ਕਰਦੇ ਹਾਂ, ਇੱਥੇ ਰਹਿ ਕੇ ਕੁਛ ਕਰਦੇ ਹਾਂ। ਫਿਰ ਕੱਢੀ ਗੱਲ ਆ, ਕੁੜੀ ਨੂੰ ਚਾਹੀਦਾ ਵੀ ਮੁੰਡਾ ਮੇਰੇ ਨਾਲ ਹੈ, ਜੋ ਮੈਂ ਇੱਥੇ ਵਿਆਹੀ ਹੋਈ ਹਾਂ, ਤਾਂ ਮੁੰਡਾ ਮੈਨੂੰ ਕਹਿੰਦਾ ਵੀ ਕੁਛ ਇੱਥੇ ਕਰ ਲਾਂਗੇ, ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਕੁੜੀ ਦੇ ਮਨ ਦੇ ਵਿੱਚ ਕੀੜਾ ਹੁੰਦਾ ਕਿ ਬਾਹਰ ਹੀ ਜਾਣਾ, ਉਹ ਹਮੇਸ਼ਾ ਉਹ ਗੱਲ ਕਰਦੀ ਬਾਹਰ ਜਾਂਦੀ। ਇਸ ਕਰਕੇ ਮੁੰਡੇ ਨੂੰ ਲੱਗਦਾ ਵੀ ਇਹਨੂੰ ਮੇਰੇ ਨਾਲ ਕੋਈ ਇੰਪੋਰਟੈਂਸ ਨਹੀਂ ਹੈ ਕਿ ਇਹਨੂੰ ਬਾਹਰ ਜਾਣ ਨਾਲ ਹੈ। ਸੋ ਇਹੋ ਜਿਹੀਆਂ ਚੀਜ਼ਾਂ ਤਕਰਾਰ ਪੈਦਾ ਕਰ ਦਿੰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਲਾਲਚ ਤੋਂ, ਘਰਦਿਆਂ ਦੇ ਇਨਫੋਰਸਮੈਂਟ ਤੋਂ। ਘਰਦਿਆਂ ਨੇ ਜ਼ੋਰ ਪਾਇਆ ਹੁੰਦਾ, ਘਰਦਿਆਂ ਨੇ ਇਹ ਕੀਤਾ ਹੁੰਦਾ ਵੀ ਹਾਂ ਤੈਨੂੰ ਅਸੀਂ ਮੁੰਡਾ ਲੱਭ ਕੇ ਦਿੱਤਾ, ਤੂੰ ਬਾਹਰ ਜਾਣਾ, ਜਾਂ ਜਿਹਨਾਂ ਨੇ ਪੈਸੇ ਲਾਏ ਹੁੰਦੇ ਘਰਦਿਆਂ ਨੇ ਉਹਨੂੰ ਮੁੰਡੇ ਤੇ ਪ੍ਰੈਸ਼ਰ ਹੁੰਦਾ ਵੀ ਤੂੰ ਬਾਹਰ ਜਾਣਾ, ਜਾਂ ਮੁੰਡੇ ਨੇ ਆਪਦੇ ਯਾਰਾਂ ਦੋਸਤਾਂ ਨੂੰ ਦੱਸਿਆ ਹੁੰਦਾ ਵੀ ਇਹਨੂੰ ਤਾਂ ਆਈਲਟਸ ਵਾਲੀ ਕੁੜੀ ਮਿਲੀ ਹੈ। ਆਹ ਬੜਾ ਵੱਡਾ ਫੈਕਟਰ ਹੈ। ਮੁੰਡੇ ਨੇ ਆਪਦੇ ਯਾਰਾਂ ਦੋਸਤਾਂ ਨੂੰ ਜਦੋਂ ਵਿਆਹ ਹੋ ਜਾਂਦਾ ਉਹਦੇ ਦੱਸਿਆ ਹੁੰਦਾ ਵੀ ਇਹਨੂੰ ਆਈਲਟਸ ਵਾਲੀ ਕੁੜੀ ਮਿਲੀ ਹੈ ਜੀ, ਬਾਹਰ ਜਾਊਗਾ, ਆਈਲਟਸ ਵਾਲੀ ਕੁੜੀ ਮਿਲੀ ਹੈ। ਆਪ ਹੀ ਚਰਚਾ ਹੋਣ ਲੱਗ ਜਾਂਦੀ ਵੀ ਉਹਨਾਂ ਦਾ ਮੁੰਡਾ ਤਾਂ ਵਧੀਆ ਮਾਰ ਗਿਆ, ਉਹਨੂੰ ਤਾਂ ਆਈਲਟਸ ਵਾਲੀ ਕੁੜੀ ਮਿਲੀ ਹੈ, ਕੈਨੇਡਾ ਲੈ ਕੇ ਜਾਊਗੀ। ਉਦੋਂ ਬਾਅਦ ਚੋਂ ਵੀਜ਼ਾ ਨਹੀਂ ਆਉਂਦਾ ਤੇ ਫਿਰ ਉਹ ਮੁੰਡਾ ਆਪਦੇ ਯਾਰਾਂ ਦੋਸਤਾਂ ਨੂੰ ਮੂੰਹ ਦਿਖਾਉਣ ਜੋਗਰਾ ਨਹੀਂ ਰਹਿੰਦਾ। ਉਹ ਇਹ ਸ਼ਰਮ ਦੇ ਵਿੱਚ, ਇਹ ਉਹਨੂੰ ਨੀਚਤਾ ਜਿਹੀ ਫੀਲ ਹੁੰਦੀ ਹੈ ਵੀ ਹੁਣ ਮੈਨੂੰ ਤਾਂ ਆਈਲਟਸ ਵਾਲੀ ਕੁੜੀ ਕਹਿੰਦੇ ਸੀ, ਹੁਣ ਮੇਰੀ ਵਾਈਫ ਦਾ ਵੀਜ਼ਾ ਨਹੀਂ ਆਇਆ ਤੇ ਮੈਂ ਬਾਹਰ ਨਹੀਂ ਜਾ ਸਕਦਾ, ਮੈਂ ਕਿਵੇਂ ਮੂੰਹ ਦਿਖਾਊਂਗਾ। ਸੋ ਇਹੋ ਜਿਹੀਆਂ ਚੀਜ਼ਾਂ ਕਰਕੇ ਉਹ ਆਪਦੇ ਆਪ ਨੂੰ ਡਾਊਨ ਫੀਲ ਕਰਨ ਲੱਗ ਜਾਂਦੇ ਨੇ। ਫਿਰ ਉਹਨੂੰ ਲੱਗਦਾ ਵੀ ਨਹੀਂ ਛੱਡੋ ਯਾਰ, ਇਹ ਰਿਸ਼ਤਾ ਹੀ ਛੱਡੋ, ਆਪਾਂ ਹੋਰ ਵਿਆਹ ਕਰਾ ਲਾਂਗੇ, ਫਿਰ ਬਾਹਰ ਜਾਵਾਂਗੇ। ਬਾਹਰ ਜਾਣ ਦਾ ਕੀੜਾ ਨਾ ਜਿਹੜਾ ਉਹ ਐਡਾ ਵੱਡਾ ਹੈ। ਪਹਿਲਾਂ ਕੀ ਹੁੰਦਾ ਸੀ ਵੀ ਪਹਿਲਾਂ ਕੀੜਾ ਹੋਣਾ ਬਹੁਤ ਵਧੀਆ ਗੱਲ ਸੀ, ਕਿਉਂਕਿ ਪਹਿਲਾਂ ਇਕੱਲੇ PR ਪੰਜਾਬੀ ਬਾਹਰ ਹੁੰਦੇ ਸੀ, ਕਦੇ ਕੋਈ ਬਾਹਰ ਹੁੰਦਾ ਸੀ। ਉਹ ਜਦੋਂ ਵੀ ਇੰਡੀਆ ਆਉਂਦੇ ਸੀ ਉਹਨੂੰ ਪੁੱਛਦੇ ਕੀ ਕਰਦੇ ਹੋ, ਹਰੇਕ ਕਹਿ ਦਿੰਦਾ ਜੀ ਮੈਂ ਤਾਂ ਫਲਾਣੇ ਹੋਟਲ 'ਚ ਮੈਨੇਜਰ ਹਾਂ। ਮੈਂ ਮੈਨੇਜਰ ਤੋਂ ਥੱਲੇ ਕੋਈ ਨਹੀਂ ਗੱਲ ਕਰਦਾ ਸੀ, ਸਾਰਿਆਂ ਨੂੰ ਪਤਾ ਹੁੰਦਾ ਵੀ ਸਾਨੂੰ ਕਿਹੜਾ ਕਿਸੇ ਨੇ ਉੱਥੇ ਵੇਖਣ ਜਾਣਾ। ਹਰੇਕ ਹੀ ਕਹਿੰਦਾ ਮੈਂ ਫਲਾਣੇ ਹੋਟਲ 'ਚ ਮੈਨੇਜਰ ਹਾਂ, ਮੇਰੇ ਟਰੱਕ ਚੱਲਦੇ ਆ। ਹੁਣ ਉੱਥੇ ਸਟੂਡੈਂਟ ਚਲੇ ਜਾਣ ਲੱਗ ਗਏ, ਸਟੂਡੈਂਟ ਜਾ ਕੇ ਉਹਨਾਂ ਨੂੰ ਸੱਚ ਦੱਸ ਦਿੰਦੇ, ਕਹਿੰਦੇ ਕੋਈ ਮੈਨੇਜਰ ਨਹੀਂ ਗਏ, PR ਤਾਂ ਹੈਗੇ, ਉੱਥੇ ਬਰਗਰ ਪੈਕ ਕਰਦੇ ਆ। ਤਾਂ ਹੀ ਉਹ PR ਵਾਲੇ ਸਟੂਡੈਂਟਾਂ ਨਾਲ ਰੌਲਾ ਪਾਉਂਦੇ ਆ ਵੀ ਇਹ ਗੰਦ ਪਾਉਂਦੇ ਆ, ਕਿਉਂਕਿ ਉਹਨਾਂ ਨੂੰ ਸਟੂਡੈਂਟ ਉਹਨਾਂ ਦੀਆਂ ਸੱਚਾਈਆਂ ਦੱਸਣ ਲੱਗ ਗਏ। ਹੁਣ ਜਦੋਂ ਪਹਿਲਾਂ PR ਵਾਲੇ ਲੋਕ ਝੂਠ ਬੋਲਦੇ ਸੀ ਆ ਕੇ ਵੀ ਉੱਥੇ ਬਹੁਤ ਕੁਛ ਆ ਜੀ, ਮੈਂ ਮੈਨੇਜਰ ਆ, ਮੇਰੇ ਕੋਲ ਟਰੱਕ ਹੈ, ਉਦੋਂ ਤਾਂ ਬਹੁਤ ਚੱਲ ਬਣਦਾ ਸੀ ਵੀ ਬਾਹਰ ਜਾਣ ਦਾ ਬੜਾ ਕਰੇਜ਼ ਸੀ ਜਾਂਦੇ। ਹੁਣ ਸਟੂਡੈਂਟ ਤੁਹਾਨੂੰ ਸੱਚ ਵੀ ਦੱਸ ਦਿੰਦੇ ਆ, ਇਹ ਕੁਛ ਨਹੀਂ ਬਣਦਾ, ਘਰੋਂ ਪੈਸੇ ਮੰਗਾਉਣੇ ਪੈਂਦੇ ਆ, ਬੁਰੇ ਹਾਲ ਨੇ, ਸਾਡਾ ਦਿਲ ਨਹੀਂ ਲੱਗਦਾ, ਰੋ ਕੇ ਕੱਟਦੇ ਨੇ, ਠੰਡਾਂ ਗਰਮੀਆਂ ਦੇ ਵਿੱਚ ਕੱਪੜੇ ਲੈਣ ਨੂੰ ਪੈਸੇ ਨਹੀਂ, ਇੰਨਾ ਕੁਛ ਦੱਸਦੇ, ਫਿਰ ਵੀ ਬਾਰ ਇੰਨਾ ਬੁਰਾ ਹਾਲ। ਜੇ ਬਾਹਰ ਜਾਂਦੇ ਹੋ ਤੁਸੀਂ ਤੇ ਬੱਚਿਆਂ ਦੀ ਬਲੀ ਚੜਾ ਕੇ ਤਾਂ ਨਾ ਭੇਜੋ, ਘੱਟੋ ਘੱਟ ਬੱਚਿਆਂ ਨੂੰ 20 ਸਾਲ ਦੀ 21 ਸਾਲ ਦੇ ਨੂੰ ਵਿਆਹ ਕਰਨਾ, ਬਲੀ ਚੜਾਉਣਾ ਜੀ। ਬਟ ਮੇਰੇ ਇੱਕ ਨਾ ਮਤਲਬ ਇੱਕ ਦਿਮਾਗ 'ਚ ਬੈਠੇ ਹੁਣ ਤੁਸੀਂ ਨੇ ਚਲੋ ਗੱਲ ਤੋਰੀ, ਉਸ ਤੋਂ ਯਾਦ ਆਇਆ ਕਿ ਜਦੋਂ ਪੰਜਾਬ 'ਚ ਯੂਥ 'ਚ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ, ਜਦੋਂ ਆਈਲਟਸ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਗੱਲ ਪੁੱਛੋ, ਤੁਸੀਂ ਆਈਲਟਸ ਕਰਦੇ ਹੋ ਕਿਉਂ ਕਰਦੇ ਹੋ? ਇੱਕ ਰੀਜ਼ਨ ਹੁੰਦਾ, ਉਰੇ ਹੈ ਹੀ ਕੀ ਹੈ। ਇਹ ਇੱਕ ਮਤਲਬ ਹਰ ਇੱਕ ਮੁੰਡੇ ਕੁੜੀ ਦੇ ਜ਼ਬਾਨ 'ਤੇ ਹੈ। ਇਹ ਕੋਈ ਗੌਰਮੈਂਟ ਸਾਡੀ ਜ਼ਿੰਮੇਵਾਰ ਹੈ ਜਾਂ ਫਿਰ ਸੱਚੀ ਮੁੱਚੀ ਪੰਜਾਬ 'ਚ ਕੁਛ ਹੈ ਹੀ ਨਹੀਂ? ਚਲੋ ਇਹ ਤਾਂ ਗੱਲ ਮੰਨ ਲਈ ਵੀ ਠੀਕ ਹੈ ਵੀ ਕੁਛ ਨਹੀਂ ਹੁੰਦਾ। ਵੈਸੇ ਇਹ ਗੱਲ ਤਾਂ ਸੱਚੀ ਹੈ ਵੀ ਲੋਕ ਬਾਹਰ ਤਾਂ ਹੀ ਜਾਂਦੇ ਨੇ ਵੀ ਕਿਉਂਕਿ ਇੱਥੇ ਉਹਨਾਂ ਨੂੰ ਮੌਕੇ ਘੱਟ ਮਿਲਦੇ ਨੇ, ਉਹ ਜਿਹੜੇ ਸੋਰਸਿਸ ਆ ਉਹ ਘੱਟ ਮਿਲਦੇ ਨੇ ਇਹਨਾਂ ਨੂੰ, ਉਹ ਚੀਜ਼ਾਂ ਨਹੀਂ ਮਿਲਦੀਆਂ ਬਾਹਰ ਤੋਂ, ਖੈਰ ਤਾਂ ਜਾਂਦੇ ਨੇ। ਪਰ ਇੱਥੇ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਜੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ, ਤੁਸੀਂ ਬਾਹਰ ਜਾਣਾ ਤਾਂ ਫਿਰ ਜ਼ਰੂਰੀ ਤਾਂ ਨਹੀਂ ਵੀ +2 ਤੋਂ ਬਾਅਦ ਹੀ ਜਾਣਾ, ਜ਼ਰੂਰੀ ਤਾਂ ਨਹੀਂ ਤੁਸੀਂ 20 ਸਾਲ ਦੀ ਉਮਰ ਦੇ ਵਿੱਚ 21 ਸਾਲ ਦੀ ਉਮਰ ਦੇ ਵਿੱਚ ਹੀ ਬਾਹਰ ਜਾਣਾ, ਇਹ ਤਾਂ ਜ਼ਰੂਰੀ ਨਹੀਂ ਹੈ। ਹਾਂ ਜੇ ਭੇਜਣਾ ਤਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਚੰਗੀ ਪੜ੍ਹਾਈ ਕਰਾ ਲਓ, ਜਿਵੇਂ ਮੈਂ ਜਰਨਲਿਜ਼ਮ ਕੀਤੀ ਹੈ, ਮਾਸਟਰ ਕਰਨ ਵਾਸਤੇ ਤੁਸੀਂ ਜਰਨਲਿਜ਼ਮ ਦੀ ਭੇਜ ਦਿਓ, ਉਦੋਂ ਉਹਨਾਂ ਦਾ ਵਿਆਹ ਕਰਾਉਣ ਦੀ ਉਮਰ ਤਾਂ ਹੋ ਜਾਂਦੀ ਹੈ, ਉਹ ਫਿਰ ਰਿਸ਼ਤੇ ਤਾਂ ਨਿਭਾ ਸਕਦੇ ਆ। ਪਰ ਸਾਡੇ ਕਾਹਲੀ ਬੜੀ ਕਰਦੇ ਨੇ, ਹੋਰ ਤਰੀਕੇ ਬਣੇ ਨੇ, ਤੁਸੀਂ ਉਹਨਾਂ ਤਰੀਕਿਆਂ ਨਾਲ ਭੇਜ ਸਕਦੇ ਹੋ। ਮਤਲਬ ਕਈ ਚੀਜ਼ਾਂ ਨੇ, ਤੁਸੀਂ ਜ਼ਰੂਰੀ ਨਹੀਂ ਵੀ ਕੈਨੇਡਾ ਨਹੀਂ ਦੇਖਣਾ, ਬਹੁਤ ਸਾਰੀਆਂ ਨੇ ਜਿਹਨਾਂ 'ਚ ਸਕਾਲਰਸ਼ਿਪ 'ਤੇ ਬੱਚਿਆਂ ਨੂੰ ਭੇਜਿਆ ਜਾਂਦਾ। ਯੂਰਪ ਦੀਆਂ ਕੰਟਰੀਜ਼ ਨੇ, ਜਰਮਨੀ ਵਰਗੀਆਂ, ਫਰਾਂਸ ਵਰਗੀਆਂ ਕੰਟਰੀਆਂ ਦੇ ਵਿੱਚ ਇੰਡੀਅਨ ਵਧੀਆ ਯੂਨੀਵਰਸਿਟੀਜ਼ ਨੇ ਜਿਹੜੀਆਂ ਬੱਚਿਆਂ ਦੀ ਪੜ੍ਹਾਈ ਦੇ ਸਿਰ 'ਤੇ ਉਹਨਾਂ ਨੂੰ ਸਕਾਲਰਸ਼ਿਪ ਦਿੰਦੀਆਂ ਨੇ। ਕੈਨੇਡਾ ਦੇ ਵਿੱਚ ਤੁਸੀਂ 15 ਲੱਖ ਬੱਚਿਆਂ ਦੀ ਫੀਸ ਭਰਦੇ ਹੋ, ਜਰਮਨੀ ਦੇ ਵਿੱਚ ਇੱਕ ਇਹੋ ਜਿਹੀ ਯੂਨੀਵਰਸਿਟੀ ਜਿਹੜੀ ਬੱਚਿਆਂ ਦੀ ਫੀਸ ਖੁਦ ਭਰਦੀ ਹੈ। ਯੂਰਪ ਦੇ ਵਿੱਚ ਐਸੀਆਂ ਯੂਨੀਵਰਸਿਟੀਜ਼ ਨੇ, ਬੱਚਿਆਂ ਦੇ ਨੰਬਰ ਆਏ ਹੋਣੇ ਚਾਹੀਦੇ ਨੇ, ਸਕੋਰ ਵਧੀਆ ਹੋਣਾ ਚਾਹੀਦਾ, ਸਕੋਰ ਤੋਂ ਬਾਅਦ ਉਹ ਆਪ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਜਾਂਦੀਆਂ ਨੇ, ਆਪ ਵੀਜ਼ਾ ਦਿੰਦੀਆਂ ਨੇ, ਔਰ ਉਹਨਾਂ ਦੀ ਸਕਾਲਰਸ਼ਿਪ ਨਾਲ ਜੁੜੀ ਹੁੰਦੀ ਹੈ ਵੀ ਮਤਲਬ ਉਹ ਬੱਚਿਆਂ ਦੀ ਕੋਈ ਫੀਸ ਨਹੀਂ ਲੱਗਦੀ, ਕੋਈ
ਉਸ ਤੋਂ ਬਾਅਦ ਉਹਨਾਂ ਯੂਨੀਵਰਸਿਟੀ ਨੂੰ ਕਰਕੇ ਪੜ੍ਹਾਈ ਕਰਕੇ ਬੱਚੇ ਇੰਡੀਆ ਆ ਕੇ ਚੰਗੀਆਂ ਸੌਫਟਵੇਅਰ ਯੂਨੀਵਰਸਿਟੀਆਂ ਸੌਫਟਵੇਅਰ ਕੰਪਨੀਆਂ ਦੇ ਵਿੱਚ ਚੰਗੇ ਇੰਜੀਨੀਅਰ ਬਣ ਜਾਂਦੇ ਨੇ ਜਾਂ ਚੰਗੇ ਜਗ੍ਹਾ ਤੇ ਆਪਣੇ ਫੀਲਡ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਨੇ। ਇਹਨਾਂ ਚੀਜ਼ਾਂ ਬਾਰੇ ਲੋਕ ਸੋਚ ਕੇ ਵੀ ਨਹੀਂ ਰਾਜ਼ੀ। ਲੋਕਾਂ ਨੂੰ ਬਸ ਇਹ ਆ ਵੀ ਜਿਹੜੀਆਂ ਇੱਥੇ ਜਾਲੀ ਜਿਹੀਆਂ ਯੂਨੀਵਰਸਿਟੀਆਂ ਨੇ ਕੈਨੇਡਾ ਦੇ ਵਿੱਚ, ਉਹਨਾਂ 'ਚ ਜਾ ਕੇ ਉਹਨਾਂ 'ਚ ਬਸ ਆਪਣਾ ਲੋਕਾਂ ਨੂੰ ਸਿੱਟੀ ਜਾਣਾ, ਉਹਨਾਂ 'ਚ ਜਾ ਕੇ ਅਸੀਂ ਮਤਲਬ ਆਪਣੇ ਬੱਚਿਆਂ ਤੋਂ ਬਸ ਇਕੱਲਾ ਇਹ ਕਰਾਉਣਾ ਵੀ ਬਸ ਬਾਹਰ ਜਾ ਵੜੇ, ਪੜ੍ਹਾਈ ਚਾਹੇ ਹੋਏ ਨਾ ਚਾਹੇ। ਜਿਹੜਾ ਬੱਚਾ ਇੱਧਰੋਂ ਪੜ੍ਹਾਈ ਲੈ ਕੇ ਗਿਆ ਹੁੰਦਾ ਉਹਨੂੰ ਜਾ ਕੇ ਬਾਹਰ ਕੋਰਸ ਚੇਂਜ ਕਰਨਾ ਪੈਂਦਾ, ਕਿਉਂਕਿ ਉਹਨੂੰ ਕੰਮ ਦੇ ਨਾਲ ਇੰਨੀ ਫੀਸ ਨਹੀਂ ਕੱਢ ਸਕਦਾ, ਛੋਟੇ ਫੀਸ ਵਾਲਾ ਕੋਰਸ ਲੈਣਾ ਪੈਂਦਾ। ਸੋ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਗਲਤ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਇਹਨਾਂ ਚੀਜ਼ਾਂ ਦੇ ਉੱਤੇ ਚੰਗੀ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਜੇ ਜਾਗਰੂਕ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਸਕਦੇ ਤਾਂ ਇੱਕ ਚੀਜ਼ ਤੇ ਜ਼ਰੂਰ ਜਾਗਰੂਕ ਕਰ ਦੇਣਾ ਚਾਹੀਦਾ ਵੀ ਬੱਚਿਆਂ ਦੀ ਉਮਰ ਨਹੀਂ ਵੀ 21 ਸਾਲ ਵਿਆਹ ਕਰਾਉਣ ਦੀ। ਫਿਰ ਤੁਸੀਂ ਕੱਲ੍ਹ ਨੂੰ ਆਪਦੀ ਕੁੜੀ ਦਾ ਹੋਰ ਵਿਆਹ ਕਰੋਗੇ, ਫਿਰ ਤੁਸੀਂ ਅਣਖ ਦੇ ਤੌਰ ਤੇ ਕਤਲ ਕਰਦੇ ਹੋ ਵੀ ਨਹੀਂ ਸਾਡੀ ਤਾਂ ਕੁੜੀ ਹੋ ਗਏ। ਸਾਡੇ ਪੰਜਾਬ ਦੇ ਵਿੱਚ ਇਹ ਵੀ ਚੱਲਦਾ, ਜਿਹੜੀ ਕੁੜੀ ਪਹਿਲਾਂ ਵਿਆਹੀ ਹੋਵੇ ਉਹਨੂੰ ਕਹਿ ਦਿੰਦੇ ਜੇ ਤਾਂ ਪਹਿਲਾਂ ਵਿਆਹੀ ਹੈ। ਗਲਤ ਵਰਡ ਬੋਲਦੇ ਕਿ ਮੈਂ ਇੱਥੇ ਬੋਲ ਨਹੀਂ ਸਕਦਾ, ਜਿਹੜਾ ਉਹ ਕਹਿੰਦੇ ਆ ਵੀ ਉਹ ਪਹਿਲਾਂ ਵਿਆਹੀ ਐ, ਚਲ ਐਂ ਕਹਿ ਕੇ ਫਿਰ ਉਹਦਾ ਦੂਜਾ ਵਿਆਹ ਨਹੀਂ ਹੁੰਦਾ। ਕੁੜੀਆਂ ਵਿਚਾਰੀਆਂ ਘਰੇ ਬੈਠੀਆਂ ਰਹਿ ਜਾਂਦੀਆਂ ਨੇ, ਆਪਣੇ ਮਾਪਿਆਂ ਨੂੰ ਨਾ ਨਹੀਂ ਕਰ ਸਕਦੀਆਂ। ਪਰ ਜਿਹੜੀਆਂ ਕੁੜੀਆਂ ਬਾਹਰ ਜਾ ਕੇ ਬਦਲ ਜਾਂਦੀਆਂ ਨੇ ਜਾਣ-ਬੁੱਝ ਕੇ, ਔਰ ਇੱਧਰਲੇ ਸ਼ਰੀਫ ਮੁੰਡਿਆਂ ਨੂੰ ਛੱਡ ਜਾਂਦੀਆਂ ਨੇ। ਜੇ ਕਈ ਮੁੰਡੇ ਬਹੁਤ ਸਹੀ ਹੁੰਦੇ ਨੇ, ਉਹਨਾਂ ਮੁੰਡਿਆਂ ਨੂੰ ਇੱਧਰ ਛੱਡ ਜਾਂਦੀਆਂ ਨੇ ਔਰ ਜਾ ਕੇ ਉਧਰ ਬਾਹਰ ਜਾ ਕੇ ਗੱਲ ਕਰਨਾ ਨਹੀਂ ਪਸੰਦ ਕਰਦੀਆਂ ਔਰ ਕਹਿ ਦਿੰਦੀਆਂ ਜਿਹੜੇ ਪੈਸੇ ਲਏ ਤੇਰੇ ਮੂੰਹ ਤੇ ਮਾਰੂੰਗੀ ਪੈਸੇ, ਮੈਂ ਕੋਈ ਚੱਕਰ ਵਾਲੀ ਗੱਲ ਨਹੀਂ। ਔਰ ਫਿਰ ਵਿਆਹ ਹੀ ਕਾਹਤੋਂ ਕਰਾਇਆ ਸੀ? ਫਿਰ ਉਹ ਮੁੰਡੇ ਦੇ ਸੁਪਨੇ ਕਾਹਤੋਂ ਜੋੜੇ ਸੀ? ਉਹ ਮੁੰਡੇ ਨੇ ਆਪਣੇ ਸਮਾਜ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਸੀ ਕਿ ਮੇਰੀ ਵਾਈਫ ਬਾਹਰ ਗਈ ਹੈ, ਮੈਨੂੰ ਵੀ ਬਾਹਰ ਲੈ ਜਾਏਗੀ। ਬਾਹਰ ਵੀ ਨਹੀਂ ਤਾਂ ਚਲੋ ਇਹੀ ਵੀ ਮੈਂ ਉਹਦੇ ਨਾਲ ਜੁੜਿਆ ਰਹੂੰਗਾ ਆਪਦੀ ਵਾਈਫ ਨਾਲ, ਇਹੀ ਗੱਲਾਂ ਦੇ ਸੁਪਨੇ ਹੁੰਦੇ। ਚਲੋ ਉਹ ਬਾਹਰ ਨਹੀਂ ਸੱਦਣਾ ਚਾਹੁੰਦੀ, ਉਹਨੂੰ ਨਹੀਂ ਲੱਗਦਾ ਵਧੀਆ ਤਾਂ ਆਪ ਇੰਡੀਆ ਆ ਕੇ ਰਹਿਣ ਲੱਗ ਜੇ। ਪਰ ਇਹੋ ਜਿਹੀ ਚੀਜ਼ਾਂ ਛੱਡ ਜਾਣਾ ਮੁੰਡਿਆਂ ਨੂੰ, ਬਾਅਦ 'ਚ ਮੁੰਡੇ ਖੁਦਕੁਸ਼ੀ ਕਰਦੇ ਆ। ਉਹਨਾਂ ਜਿਹੜੀਆਂ ਨੂੰ ਉਹਨਾਂ ਨੂੰ ਤਾਂ ਰੱਬ ਆਪ ਹੀ ਦੇਖਦਾ, ਆਪੇ ਸਜ਼ਾ ਦਿੰਦਾ। ਜੇ ਤੋਂ ਪਹਿਲਾਂ ਕੁਝ ਹੋਏ ਨੇ ਕੇਸ ਜਿਨ੍ਹਾਂ ਮੁੰਡਿਆਂ ਨੇ ਖੁਦਕੁਸ਼ੀਆਂ ਕੀਤੀਆਂ ਨੇ, ਉਹਨਾਂ ਕੁੜੀਆਂ ਦੇ ਨਾਲ ਸਮਾਜ ਨੇ ਕੀ ਕੀਤਾ ਜਾਂ ਰੱਬ ਕੀ ਕਰੂਗਾ, ਉਹ ਤਾਂ ਰੱਬ ਦੀ ਕਹਾਣੀ ਹੈ। ਪਰ ਇਹ ਜਿਹੜਾ ਕੁਝ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ, ਵਿਆਹ ਹੋਣਾ ਹੀ ਇਹ ਚੀਜ਼ ਹੀ ਕਿਉਂ ਹੋ ਰਹੀ ਹੈ, ਇਹ ਬਹੁਤ ਗਲਤ ਹੋ ਰਹੀ ਹੈ। ਜਦੋਂ ਇੱਕ ਇੱਦਾਂ ਕਿ ਜਿਹੜੀ ਕੰਟਰੈਕਟ ਮੈਰਿਜ ਹੁੰਦੀ ਹੈ ਆਈਲੈਟਸ ਦੇ ਵਿੱਚ, ਜੇ ਪੱਕੇ ਵਿਆਹ ਨੂੰ ਲੈ ਕੇ ਕੱਚਾ ਵਿਆਹ ਵੀ ਹੈ ਨਾ, ਕੱਚੇ ਵਿਆਹ ਦਾ ਕੀ ਹੈ ਕਿ ਕੁੜੀਆਂ ਉਸ ਕੰਟਰੈਕਟ ਤੋਂ ਹੀ ਮੁੱਕਰਦੀਆਂ ਨੇ। ਕੋਈ ਚਲੋ ਉਹ ਤੋਂ ਤਾਂ ਨਹੀਂ ਮੁੱਕਰਨਾ, ਕਿਉਂਕਿ ਪੱਕੇ ਵਿਆਹ 'ਚ ਚਲੋ ਐਂ ਹੋ ਜਾਂਦਾ ਕੁੜੀ ਕੋਈ ਬਾਹਰ ਜਾ ਕੇ ਕੋਈ ਕਿਸੇ ਨਾਲ ਕੋਈ ਗੱਲਬਾਤ ਹੋ ਗਈ ਜਾਂ ਕੁਛ ਹੋਰ। ਜਿਹੜੇ ਕੱਚਾ ਵਿਆਹ ਹੈ, ਕੰਟਰੈਕਟ ਮੈਰਿਜ ਕਰਾ ਕੇ ਗਈ ਹੈ, ਉਹਦਾ ਤਾਂ ਇੱਕ ਸਿੱਧਾ ਹੀ ਸਾਫ਼ ਜਾਂ ਰਾਹ ਹੈ ਕਿ ਭਾਈ ਮੈਂ ਤੈਨੂੰ ਉੱਧਰ ਜਾ ਕੇ ਬੁਲਾ ਲੂੰ। ਪਰ ਕੁੜੀਆਂ ਤਾਂ ਉਹ ਵੀ ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ। ਪਹਿਲੀ ਗੱਲ ਤਾਂ ਜਿਹੜਾ ਯਾਰ ਵਿਆਹ ਹੋਇਆ ਨਾ, ਵਿਆਹ ਵਰਡ ਹੀ ਬੜਾ ਪਵਿੱਤਰ ਹੈ, ਉਹ ਕੱਚਾ ਹੋ ਹੀ ਨਹੀਂ ਸਕਦਾ। ਇੱਕ ਵਿਆਹ ਹੋਵੇ ਤੇ ਉਹ ਕੱਚਾ ਕਿਵੇਂ ਹੋ ਜਾਊਗਾ? ਅਗਰ ਅਸੀਂ ਕੱਚਾ ਵਿਆਹ ਕਰਾ ਕੇ ਚੱਲੇ ਹਾਂ ਜੀ, ਤੁਸੀਂ ਵਿਆਹ ਸ਼ਬਦ ਦਾ ਜਿਹੜਾ ਇੰਨਾ ਸੋਹਣਾ ਪਵਿੱਤਰ ਬੰਧਨ ਹੈ, ਉਹਨੂੰ ਤੁਸੀਂ ਕੱਚਾ ਕਹਿ ਕੇ ਕਿੱਡੀ ਬੇਇੱਜ਼ਤ ਕਰ ਰਹੇ ਹੋ ਇਸ ਚੀਜ਼ ਨੂੰ। ਇਹ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਵਿਆਹ, ਇਹਨੂੰ ਕੱਚਾ ਹੋ ਹੀ ਨਹੀਂ ਸਕਦਾ। ਪਰ ਜੋ ਹੋ ਰਿਹਾ ਕੱਚਾ, ਉਹਦੇ ਵਿੱਚ ਹੀ ਮੰਨ ਲਓ ਵੀ ਕੱਚੇ ਦੀ ਗੱਲ ਤੁਸੀਂ ਕੀਤੀ ਵੀ ਪਹਿਲਾਂ ਪੈਸੇ ਲੈਂਦੀਆਂ ਨੇ ਕੁੜੀਆਂ, ਪੈਸੇ ਲੈ ਕੇ ਮੰਨ ਲਓ ਜੋ ਬਾਹਰ ਚਲੀ ਗਈ ਵੀ ਕੱਚਾ ਵਿਆਹ, ਉਦੋਂ ਬਾਹਰ ਜਾ ਕੇ ਮੈਂ ਤੈਨੂੰ ਬੁਲਾ ਲੂੰਗੀ। ਉਹ ਐਮਬੈਸੀ ਦੇ ਵਿੱਚ ਚੰਗੇ ਤਰੀਕੇ ਨਾਲ ਸ਼ੋਅ ਕੀਤਾ ਜਾਊਗਾ ਔਰ ਬਾਹਰ ਜਾ ਕੇ ਤੈਨੂੰ ਬੁਲਾਉਣ ਤੋਂ ਬਾਅਦ ਵੀ ਮੈਂ ਤੈਨੂੰ ਫਿਰ ਉਹ ਕਰ ਲੂੰਗੀ, ਮਤਲਬ ਵੀ ਮੈਂ ਫਿਰ ਅਸੀਂ ਅਲੱਗ-ਅਲੱਗ ਰਹਿਣ ਲੱਗ ਜਾਂਗੇ। ਵੀਜ਼ਾ ਅਫਸਰ ਇੰਨਾ ਪਾਗਲ ਨਹੀਂ ਹੁੰਦਾ। ਵੀਜ਼ਾ ਅਫਸਰ ਜਦੋਂ ਵੀਜ਼ਾ ਦਿੰਦਾ ਨਾ, ਉਹ ਇਹ ਦੇਖਦਾ ਵੀ ਇਹਨਾਂ ਦੋਨਾਂ ਦਾ ਆਪਸ 'ਚ ਰਿਸ਼ਤਾ ਕਿੰਨਾ ਕੁ ਵਧੀਆ ਰਿਸ਼ਤਾ, ਵੀ ਇਹ ਉਸ ਤੋਂ ਵਿਆਹ ਤੋਂ ਬਾਅਦ ਹਨੀਮੂਨ ਤੇ ਗਏ ਜਾਂ ਘੁੰਮਣ ਫਿਰਨ ਗਏ। ਜੇ ਚਲੋ ਸਾਰੇ ਪਰਿਵਾਰਾਂ 'ਚ ਨਹੀਂ ਹੁੰਦਾ ਘੁੰਮਣਾ ਫਿਰਨਾ, ਚੱਲ ਵੈਸੇ ਵੀ ਇਹ ਇਕੱਠੇ ਕਿੰਨਾ ਟਾਈਮ ਰਹੇ, ਕਿੱਥੇ ਰਹਿੰਦੇ ਨੇ, ਇਹਨਾਂ ਦੀ ਆਪਸੀ ਸਾਂਝ ਕੀ ਹੈ। ਇਹ ਕੌਣ ਮਾਪੇ ਚਾਹਣਗੇ ਕਿ ਇੱਕ ਕੁੜੀ ਦਾ ਆਪਣੀ ਕੁੜੀ ਦਾ ਕੱਚਾ ਵਿਆਹ ਕੀਤਾ ਤੇ ਉਹਨੂੰ ਮੁੰਡੇ ਦੇ ਨਾਲ ਉਹ ਰਹਿਣ ਦੇ ਲਈ ਕਹਿਣਗੇ ਵੀ ਚੱਲ ਤੂੰ 10 ਦਿਨ ਮੁੰਡੇ ਨਾਲ ਰਹਿ ਲੈ ਕਿਉਂਕਿ ਐਮਬੈਸੀ 'ਚ ਸ਼ੋਅ ਕਰਨਾ। ਫਿਰ ਇਹ ਇੱਜ਼ਤ ਕਿੱਥੇ ਗਈ? ਫਿਰ ਮਾਪਿਆਂ ਦੀ ਇੱਜ਼ਤ ਕਿੱਥੇ ਗਈ? ਇੱਕ ਕੁੜੀ ਨੂੰ ਉਹ ਮੁੰਡੇ ਨਾਲ ਰਹਿਣਾ ਵੀ ਪੈਣਾ, ਫਿਰ ਹੀ ਐਮਬੈਸੀ ਸ਼ੋਅ ਹੋਊਗਾ ਜਾਂ ਕੁਝ ਇਹੋ ਜਿਹੀਆਂ ਚੀਜ਼ਾਂ ਪ੍ਰੂਫ ਸ਼ੋਅ ਕਰਨੇ ਪੈਣੇ, ਫਿਰ ਹੀ ਵੀਜ਼ਾ ਅਫਸਰ ਨੂੰ ਪਤਾ ਲੱਗੂਗਾ ਵੀ ਇਹਨਾਂ ਦਾ ਪੱਕਾ ਵਿਆਹ। ਐਮਬੈਸੀ 'ਚ ਤਾਂ ਨਹੀਂ ਦੱਸ ਸਕਦੇ ਵੀ ਕੱਚਾ ਵਿਆਹ ਹੈ। ਕੱਚੇ ਵਿਆਹ ਦਾ ਇਹੀ ਮਤਲਬ ਹੁੰਦਾ ਵੀ ਅਸੀਂ ਉਹ ਵੈਸੇ ਕੱਚਾ ਵਿਆਹ ਕਰਾਉਣਾ, ਪਰ ਐਮਬੈਸੀ ਸ਼ੋਅ ਕਰਨਾ ਵੀ ਸਾਡਾ ਪੱਕਾ ਵਿਆਹ। ਜਦੋਂ ਵੀਜ਼ਾ ਲੱਗ ਉਦੋਂ ਛੱਡ ਦੇਣਾ। ਉਹ ਕੱਚੇ ਵਿਆਹ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਪਰੋਮਾਈਜ਼ ਕਰਨੇ ਪੈਂਦੇ, ਜਿਹੜੇ ਇੱਕ ਮਾਪੇ ਆਪਣੀ ਧੀ ਨੂੰ ਕੰਪਰੋਮਾਈਜ਼ ਕਰਨ ਦੀ ਮਨਜ਼ੂਰੀ ਨਹੀਂ ਦੇਣਗੇ। ਜਿਹੜੇ ਸਾਹਮਣੇ ਜੇ ਕੁਛ ਉਹਨਾਂ ਦੀ ਧੀ ਕਰਦੀ ਉਦੋਂ ਤਾਂ ਬੜਾ ਕੁਛ ਕਹਿ ਦਿੰਦੇ ਵੀ ਨਹੀਂ ਆਹ ਨਹੀਂ ਕਰਨਾ, ਪਰ ਕੱਚੇ ਵਿਆਹ ਵੀ ਮਿੰਟ 'ਚ ਮੰਨ ਜਾਂਦੇ ਨੇ। ਜੇ ਜਿਹੜੇ ਮੁੰਡੇ ਦੇ ਲੜ ਲਾ ਕੇ ਤੁਸੀਂ ਤੋੜ ਰਹੇ ਹੋ, ਮੁੰਡੇ ਦੇ ਮਨ ਦੇ ਵਿੱਚ ਕੁਛ ਤਾਂ ਫੀਲ ਆਉਂਦਾ ਹੋਊਗਾ ਉਹ ਮੁੰਡੇ ਦੇ ਨਾਲ ਰਹਿਣ ਵਾਸਤੇ, ਜਾਂ ਕੀ ਪਤਾ ਕੁਛ ਗਲਤ ਸਟੈਪ ਲੈ ਲੈਂਦੇ ਹੋਣ ਦੋਨੇ ਜਾਣੇ। ਇਹੋ ਕਿਹੜਾ ਹੋਇਆ? ਤੁਸੀਂ ਪਹਿਲੀ ਗੱਲ ਤਾਂ ਵਿਆਹ ਜਿਹੜਾ ਵਰਡ ਹੀ ਬਹੁਤ ਸੋਹਣਾ, ਉਹਨੂੰ ਕੱਚਾ ਕਹਿ ਕੇ ਬਹੁਤ ਬੇਇੱਜ਼ਤ ਕੀਤਾ ਜਾਂਦਾ। ਮੇਰਾ ਇੱਕ ਆਖਰੀ ਸਵਾਲ ਹੈ, ਮੈਂ ਪੁੱਛਣਾ ਜਿਹੜੇ ਵਿਚੋਲੇ ਨੇ ਜਾਂ ਕਹਿ ਦਈਏ ਏਜੰਟ ਨੇ, ਕਿਉਂਕਿ ਜਦੋਂ ਕੁੜੀਆਂ ਆਈਲੈਟਸ ਕਰ ਲੈ, ਮੁੰਡੇ ਆਈਲੈਟਸ ਕਰ ਲੈ, ਜਦੋਂ ਆਪਾਂ ਗੱਲ ਤੋਰਦੇ ਹਾਂ ਨਾ ਕਿਤੇ, ਤਾਂ ਇਹ ਇੱਕੋਦਮ ਹੀ ਨਿਕਲ ਕੇ ਕਿਤੇ ਨਾ ਕਿਤੇ ਜਿਹੜੇ ਕੁੜੀ ਮੁੰਡੇ ਨੂੰ ਆਪਸ ਦੇ ਵਿੱਚ ਮਿਲਵਾ ਦਿੰਦੇ ਨੇ ਨਾ, ਉਹਨਾਂ ਪਰਿਵਾਰਾਂ ਨੂੰ ਮਿਲਵਾ ਦਿੰਦੇ ਨੇ। ਇਹ ਜਿਹੜੇ ਵਿਚੋਲੇ ਨੇ ਜਾਂ ਕਹਿ ਦਈਏ ਏਜੰਟ ਨੇ, ਇਹਨਾਂ ਕਾਰਨ ਜਿਹੜਾ ਸਿਸਟਮ ਹੈ ਖਰਾਬ ਹੈ ਜ਼ਿਆਦਾ, ਜਾਂ ਫਿਰ ਕੋਈ ਹੋਰ ਰੀਜ਼ਨ ਹੈ? ਪਹਿਲੀ ਗੱਲ ਤਾਂ ਜਿਹੜਾ ਵਿਚੋਲਾ ਹੈ, ਮਤਲਬ ਉਹ ਇੰਨੀ ਘਟੀਆ ਚੀਜ਼ ਹੈ ਨਾ, ਜਿਹੜਾ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਜਿਹੜਾ ਵਿਚੋਲਾ ਕੋਈ ਜ਼ਮੀਨ ਕਿਸੇ ਨੂੰ ਦਿਵਾਉਂਦਾ ਜਾਂ ਉਹ ਕਰਦਾ, ਉਹ ਤਾਂ ਚਲੋ ਠੀਕ ਹੈ, ਕੋਈ ਚੱਕਰ ਨਹੀਂ। ਜਿਹੜਾ ਵਿਚੋਲਾ ਰਿਸ਼ਤੇ ਕਰਾਉਂਦਾ ਨਾ, ਉਹ ਇਹੋ ਜਿਹਾ ਹੋਣਾ ਚਾਹੀਦਾ। ਵੈਸੇ ਉਹ ਕਿੱਡੀ ਪਵਿੱਤਰ ਚੀਜ਼ ਹੈ, ਬੰਦਾ ਹੈ, ਮਤਲਬ ਦੋ ਰਿਸ਼ਤਿਆਂ, ਦੋ ਕੁੜੀ ਤੇ ਮੁੰਡੇ ਦੇ ਰਿਸ਼ਤੇ ਨੂੰ ਆਪਸ 'ਚ ਜੋੜਦਾ ਜੀ।
ਉਹ ਕਿੱਡਾ ਵਧੀਆ ਬੰਦਾ ਹੋਣਾ ਚਾਹੀਦਾ ਹੈਨਾ। ਪਰ ਅੱਜ ਕੱਲ ਜਿਹੜੇ ਵਿਚੋਲੇ ਉਹਨਾਂ ਦਾ ਇੰਨਾ ਬੇੜਾ ਗਰਕ ਹੋਇਆ। ਪਹਿਲੀ ਗੱਲ ਤਾਂ ਜਿਹੜਾ ਦੋ ਕੁੜੀ ਤੇ ਮੁੰਡੇ ਨੂੰ ਆਪਸ 'ਚ ਮਿਲਾਉਣ ਵਾਸਤੇ ਮੁੰਦਰੀ ਲੈ ਜਾਂਦਾ, ਉਹ ਕਿੱਡਾ ਵਧੀਆ ਕਰੈਕਟਰ ਹੋਊਗਾ ਨਾ। ਬਸ ਉਹ ਮੁੰਦਰੀ ਪਿੱਛੇ ਹੀ ਬਸ ਇਹ ਕਹਿ ਦਿੰਦਾ ਵੀ ਹੁਣ ਮੇਰੇ ਕੁੜੀ ਵਾਲੇ ਮੁੰਡੇ ਵਾਲੇ ਮੈਨੂੰ ਥੋੜੀ ਜਿਹੀ ਮੋਟੀ ਮੁੰਦਰੀ ਪਾ ਦੇਣਗੇ, ਇਸ ਕਰਕੇ ਕੁੜੀ ਵਾਲਿਆਂ ਦਾ ਜ਼ੋਰ ਪਾਉਣ ਦਾ ਨਹੀਂ ਮੁੰਡਿਆਂ ਵਾਲਿਆਂ ਦੇ 500 ਬਰਾਤ ਆਊਗੀ, ਜਾਂ ਇਹਨਾਂ ਨੂੰ ਐਂ ਵੀ ਫਰਨੀਚਰ ਦਿਓ ਐਂ ਦਿਓ, ਆਪਦੇ ਲਈ ਕਈ ਚੀਜ਼ਾਂ ਕਹਿ ਦਿੰਦਾ ਨਹੀਂ ਮੈਂ ਸਾਰਾ ਕੁਝ ਦਵਾ ਦੂੰਗਾ। ਕੁੜੀ ਵਾਲੇ ਰੈਡੀ ਨਹੀਂ ਹੁੰਦੇ ਦੇਣ ਦੇ ਲਈ, ਉਹ ਆਪ ਹੀ ਵਿੱਚੋਂ ਤੈਨੂੰ ਦਿੰਦਾ। ਔਰ ਸਾਡੇ ਪੰਜਾਬੀ ਕਲਚਰ ਦੇ ਵਿੱਚ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਜਦੋਂ ਇਹ ਦੇਖਣ ਜਾਂਦੇ ਨੇ ਨਾ ਕੁੜੀ ਮੁੰਡੇ ਨੂੰ, ਚਲੋ ਮੰਨ ਲਓ ਵੀ ਮੁੰਡੇ ਵਾਲੇ ਕੁੜੀ ਨੂੰ ਦੇਖਣ ਚਲੇ ਗਏ, ਕੁੜੀ ਚਾਹੇ ਇਹਨਾਂ ਨੂੰ ਪਸੰਦ ਆਵੇ ਨਾ ਆਵੇ, ਜੋ ਉੱਥੇ ਵਿੱਚ ਜਾਂ ਉਹਨਾਂ ਨੇ ਅਗਲੇ ਹਜੇ ਖੁੱਲ੍ਹ ਕੇ ਗੱਲਾਂ ਨਹੀਂ ਕੀਤੀਆਂ, ਪਹਿਲੀ ਵਾਰ ਤੁਸੀਂ ਮਿਲਣਗੇ, ਪਹਿਲੀ ਵਾਰ ਕਿਵੇਂ ਰਿਸ਼ਤਾ ਪੱਕਾ ਕਰ ਸਕਦੇ ਆ, ਪਹਿਲੀ ਵਾਰ ਤੁਸੀਂ ਦੇਖ ਕੇ ਆਓਗੇ ਪਰਿਵਾਰ ਕਿਹੋ ਜਿਹਾ, ਘਰ-ਬਾਰ ਕਿਹੋ ਜਿਹਾ, ਬੋਲਣ ਚੱਲਣ ਕਿਹੋ ਜਿਹਾ, ਉਸ ਤੋਂ ਬਾਅਦ ਤੁਸੀਂ ਵਾਪਸ ਆਓਗੇ, ਫਿਰ ਤੁਸੀਂ ਉਹਨਾਂ ਬਾਰੇ ਪਤਾ ਕਰੋਗੇ। ਪਰ ਜਦੋਂ ਪਹਿਲੀ ਵਾਰ ਦੇਖਿਆ, ਜਦੋਂ ਤੁਸੀਂ ਮੂੰਹ 'ਚ ਹੁਣ ਕਿਸੇ ਦੀ ਕੁੜੀ ਸਾਹਮਣੇ ਬੈਠੇ ਤੋਂ ਸਾਡੇ ਪਰਿਵਾਰਾਂ ਦੇ ਵਿੱਚ ਇਹ ਫਿਤਰਤ ਤਾਂ ਹੈ ਨਹੀਂ ਵੀ ਉਹ ਐਂ ਕਹਿ ਦੇਣ ਵੀ ਨਹੀਂ ਕੁੜੀ ਸੋਹਣੀ ਨਹੀਂ, ਕਹਿੰਦੇ ਨਹੀਂ ਜੀ ਵਧੀਆ ਪਰਿਵਾਰ ਹੈ, ਕੁੜੀ ਸੋਹਣੀ ਆ, ਉੱਥੇ ਫਿਰ ਵਿਚੋਲਾ ਉਹਦਾ ਰੰਗ ਦਿਖਾਉਣ ਲੱਗ ਜਾਂਦਾ। ਅੱਛਾ ਜੀ ਵਧੀਆ ਤਾਂ ਜੀ ਚੱਕੋ, ਫਿਰ ਚੱਕੋ ਡੱਬਾ, ਚੱਕੋ ਪਰ ਕਰੋ ਮੂੰਹ ਮਿੱਠਾ। ਅੱਛਾ ਉੱਥੇ ਹੁਣ ਪਰਿਵਾਰ ਐਂ ਵੀ ਨਹੀਂ ਕਹਿ ਸਕਦੇ ਵੀ ਨਹੀਂ ਕਹਿਣਾ ਚਾਹੀਦਾ। ਉੱਥੇ ਜਦੋਂ ਇਹੋ ਜਿਹੇ ਵਿਚੋਲੇ ਐਂ ਫਾਲਤੂ ਟਪੂਸੀਆਂ ਮਾਰਦੇ ਵਿੱਚ, ਜਦੋਂ ਹਜੇ ਕੁਝ ਕਲੀਅਰ ਹੋਇਆ ਨਹੀਂ, ਚੱਕੋ ਡੱਬਾ ਜੀ ਕਰ ਦਿਓ ਮੂੰਹ ਮਿੱਠਾ, ਉਹਨੂੰ ਆਪਦੀ ਮੁੰਦਰੀ ਦਾ ਹੁੰਦਾ। ਇਸ ਕਰਕੇ ਉਹਨੂੰ ਚੁੱਪ ਕਰਕੇ ਬਿਠਾਉਣਾ ਚਾਹੀਦਾ ਵੀ ਆਰਾਮ ਨਾਲ ਬੈਠ ਜਾ, ਹਜੇ ਅਸੀਂ ਪਹਿਲੀ ਵਾਰੀ ਕੁੜੀ ਨੂੰ ਦੇਖਣਾ ਹੈ, ਸਾਨੂੰ ਕੁੜੀ ਪਸੰਦ ਆ, ਅੱਗੇ ਹੋਰ ਚੀਜ਼ਾਂ ਦੇਖਾਂਗੇ। ਉਸ ਤੋਂ ਬਾਅਦ ਜੇ ਨਹੀਂ ਪਸੰਦ ਆਇਆ ਤਾਂ ਕਿਸੇ ਤਰੀਕੇ ਨਾਲ ਵਿਚੋਲੇ ਨੂੰ ਕਹਿ ਦਿਓ, ਵਿਚੋਲਾ ਨਾ ਕਰਦੇ। ਪਰ ਇਹਨਾਂ ਨੇ ਟਪੂਸੀਆਂ ਵਿੱਚ ਹੀ ਮਾਰਨ ਲੱਗ ਜਾਣਾ ਹੁੰਦਾ। ਮੁੰਡੇ ਤੇ ਕੁੜੀ ਨੂੰ ਆਪਸ ਦੇ ਵਿੱਚ ਕੁਝ ਗੱਲ ਨਹੀਂ ਹਜੇ ਕਰਨ ਨਹੀਂ ਦਿੱਤੀ, ਜਾਂ ਉਹਨਾਂ ਦਾ ਕੁਝ ਹਜੇ ਕਲੀਅਰ ਹੋਇਆ ਨਹੀਂ, ਇਹਨਾਂ ਵਿਚੋਲਿਆਂ ਨੇ ਚਲੋ ਜੀ ਕਰ ਦਿਓ। ਇੱਕ ਸਾਡੇ ਪਰਿਵਾਰਾਂ ਦੇ ਵਿੱਚ ਇਹ ਵੀ ਹੈ ਵੀ ਸਾਡੇ ਪਰਿਵਾਰ ਇਹ ਸੋਚ ਲੈਂਦੇ ਨਹੀਂ ਜੀ ਕਿਸੇ ਦੀ ਕੁੜੀ ਨੂੰ ਦੇਖਣ ਆਏ ਆ, ਛੱਡ ਕੇ ਥੋੜ੍ਹੇ ਜਾਵਾਂਗੇ, ਕਰ ਦਈਏ ਰਿਸ਼ਤਾ, ਕਿਉਂਕਿ ਜੇ ਅੱਜ ਇਹਨਾਂ ਦੀ ਕੁੜੀ ਨੂੰ ਛੱਡ ਕੇ ਜਾਵਾਂਗੇ ਕੱਲ੍ਹ ਨੂੰ ਸਾਡੀ ਕੁੜੀ ਨੂੰ ਕੋਈ ਛੱਡ ਜੂਗਾ। ਚਲੋ ਠੀਕ ਹੈ, ਸੋਚਣ ਦੇ ਵਿੱਚ ਇਹ ਗੱਲ ਚੰਗੀ ਆ ਵੀ ਕਿਸੇ ਦੀ ਕੁੜੀ ਨੂੰ ਵੇਖਣ ਗਿਆ ਛੱਡ ਕੇ ਜਾਣਾ ਮਾੜੀ ਗੱਲ, ਉਹਦੇ ਮਨ 'ਚ ਫੀਲਿੰਗ ਆਉਂਦੀ ਹੋਣੀ ਹੈ, ਗਲਤ ਉਹਦੇ ਮਨ 'ਚ ਵਿਚਾਰ ਆਉਂਦੇ ਨੇ, ਮੈਨੂੰ ਕੋਈ ਛੱਡ ਗਿਆ, ਇਨਫੀਰੀਅਰ ਫੀਲ ਕਰਦੀ ਹੋਣੀ ਵੀ ਮੇਰੇ 'ਚ ਕੋਈ ਕਮੀ ਹੈ। ਪਰ ਇਹਦਾ ਮਤਲਬ ਇਹ ਉਹਦੀ ਫੀਲਿੰਗ ਨੂੰ ਵੇਖਣ ਵਾਸਤੇ ਆਪਦੇ ਮੁੰਡੇ ਨੂੰ ਬਲੀ ਟੰਗ ਦਿਓ, ਮਤਲਬ ਕੁੜੀ ਬਾਰੇ ਕੁਝ ਪਤਾ ਨਾ ਕਰੋ, ਇਹ ਬਿਲਕੁਲ ਗਲਤ ਹੈ। ਇਹੋ ਜਿਹੀਆਂ ਸੋਚਾਂ ਨੂੰ ਬਹੁਤ ਪਿੱਛੇ ਰਹਿ ਗਈਆਂ, ਇਹਨਾਂ ਨੂੰ ਪਿੱਛੇ ਰੱਖਣਾ ਚਾਹੀਦਾ ਹੈ। ਵਿਚੋਲਿਆਂ ਨੂੰ ਫਾਲਤੂ ਵਿੱਚ ਬੋਲਣ ਨਹੀਂ ਦੇਣਾ ਚਾਹੀਦਾ, ਸਿੱਧੀ ਪਰਿਵਾਰ ਆਪਸ 'ਚ ਗੱਲ ਕਰਨ। ਵਿਚੋਲੇ ਨੇ ਮਿਲਵਾਤਾ ਬਹੁਤ ਚੰਗੀ ਗੱਲ ਆ, ਉਹਨੂੰ ਕੋਈ ਗਿਫਟ ਵੀ ਦੇ ਦਿਓ, ਕੋਈ ਰੌਲਾ ਨਹੀਂ, ਪਰ ਉਹ ਜਿਹੜੇ ਵਿੱਚੋਂ ਕਰਾਓ ਜੀ ਮੂੰਹ ਮਿੱਠਾ, ਇਹਨਾਂ ਕਰਕੇ ਚੱਕਰ ਪੈਂਦਾ। ਅੱਛਾ ਜਿਹੜੇ ਅੱਜ ਕੱਲ੍ਹ ਤਾਂ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਇਹ ਵੀ ਰਿਸ਼ਤੇ ਕਰਾਉਣ ਲੱਗ ਗਏ, ਤੇ ਜਾਂ ਵਿਚੋਲੇ ਜਦੋਂ ਇਹਨਾਂ ਆਇਲਟਸ ਵਾਲੀ ਗੱਲ ਹੁੰਦੀ ਹੈ, ਵਿਚੋਲੇ ਜਾ ਕੇ ਉਹਨਾਂ ਦੇ ਮਨ ਦੇ ਵਿੱਚ ਚੱਕਰ ਪਾਉਂਦੇ ਨੇ ਵੀ ਨਹੀਂ ਤੁਸੀਂ ਆਪ ਪੈਸੇ ਕਾਹਤੋਂ ਲਾਉਣੇ ਆ, ਮੁੰਡੇ ਵਾਲਿਆਂ ਤੋਂ ਪੈਸੇ ਲਵਾਓ, ਉਹ ਐਂ ਕਰਨਗੇ, ਮੇਰੇ ਕੋਲ ਮੁੰਡਾ ਹੈਗਾ ਬਹੁਤ ਵਧੀਆ, ਉਹਦੇ ਬੈਂਡਰ ਜੀ ਉਹਦੇ ਉਹਨੂੰ ਬਾਹਰ ਭੇਜ ਦਿਓ। ਸੋ ਪੰਜਾਬੀਆਂ ਨੂੰ ਅਪੀਲ ਹੈ ਕਿ ਤੁਸੀਂ ਵਿਚੋਲੇ, ਚਲੋ ਵਿਚੋਲਿਆਂ ਬਿਨਾਂ ਕਈ ਵਾਰੀ ਨਹੀਂ ਸਰਦਾ, ਕਈ ਵਾਰੀ ਨਹੀਂ ਰਿਸ਼ਤੇ ਹੁੰਦੇ, ਪਰ ਵਿਚੋਲਿਆਂ ਨੂੰ ਉਹਨਾਂ ਕੁ ਰੱਖੋ ਜਿੰਨਾ ਕੁ ਉਹਨਾਂ ਦਾ ਕੰਮ ਹੈ। ਜਦੋਂ ਇੱਕ ਵਾਰੀ ਮਿਲੇ ਉਹਨਾਂ ਨੂੰ ਗਿਫਟ ਦੇ ਦਿਓ, ਉਹਨਾਂ ਦਾ ਬਣਦਿਆ, ਪਰ ਉਹਨਾਂ ਦੀ ਐਂ ਨਾ ਉਹਨਾਂ ਤੋਂ ਸਾਰਾ ਕੁਛ ਹੀ ਕਰਵਾਉਣਾ ਵੀ ਕੁੜੀ ਵਾਲਿਆਂ ਨੂੰ ਜਿਹੜੀ ਗੱਲ ਵੀ ਦੱਸਣਗੇ ਵੀ ਕਿੰਨੀ ਬਰਾਤ ਆਉਣੀ ਉਹ ਵੀ ਵਿਚੋਲੇ ਦੱਸਣਗੇ। ਇਹ ਕੋਈ ਗੱਲ ਨਹੀਂ ਹੈ, ਤੁਸੀਂ ਡਾਇਰੈਕਟ ਗੱਲ ਕਿਹਨਾਂ ਨਾਲ ਤੁਸੀਂ ਰਿਸ਼ਤਾ ਜੋੜਨਾ ਉਹਨਾਂ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ। ਵਿਆਹਾਂ ਦੇ ਵਿੱਚ ਰੌਲੇ ਪੈਂਦੇ ਨੇ, ਬਾਅਦ 'ਚ ਰਿਸ਼ਤਿਆਂ ਵਿੱਚ ਰੌਲੇ ਪੈਂਦੇ ਨੇ, ਤੇ ਕਿਉਂਕਿ ਤਾਂ ਪੈਂਦੇ ਨੇ ਕਿਉਂਕਿ ਵਿਚੋਲਿਆਂ ਨੇ ਗੱਲਾਂ ਲੁਕੋਈਆਂ ਹੁੰਦੀਆਂ, ਬਾਅਦ ਤੁਸੀਂ ਇਕੱਲੇ ਵਿਚੋਲਿਆਂ ਨੂੰ ਗਾਲਾਂ ਕੱਢਣ ਜੋਗਰੇ ਰਹਿ ਜਾਂਦੇ ਹੋ ਵੀ ਤੂੰ ਗੱਲ ਕਾਹਤੋਂ ਲੁਕੋਈ, ਪਰ ਰਿਸ਼ਤਾ ਤਾਂ ਟੁੱਟ ਗਿਆ ਨਾ। ਸੋ ਇਹ ਸਾਰੀਆਂ ਚੀਜ਼ਾਂ ਨੇ, ਵਿਚੋਲਿਆਂ ਦਾ ਕਲਚਰ, ਆਈਲੈਟਸ ਦਾ ਕਲਚਰ, ਪੰਜਾਬ ਦਾ ਛੋਟੀ ਉਮਰ ਦੇ ਵਿੱਚ ਬੱਚਿਆਂ ਦਾ ਵਿਆਹ ਕਰਨ ਦਾ ਕਲਚਰ, ਇਮੀਗ੍ਰੇਸ਼ਨ ਏਜੰਟਾਂ ਦੇ ਪਿੱਛੇ ਲੱਗ ਕੇ ਕੁਛ ਵੀ ਕਰਨ ਦਾ ਕਲਚਰ, ਬਾਹਰ ਜਾਣ ਨੂੰ ਐਡਾ ਵੱਡਾ ਬਣਾਉਣ ਦਾ ਕਲਚਰ, ਸਾਰਾ ਕੁਝ ਪੰਜਾਬ ਨੂੰ ਤਬਾਹ ਕਰ ਰਿਹਾ। ਪੰਜਾਬ ਦੀ ਰਾਜਨੀਤੀ ਦੇ ਲੀਡਰ ਤਾਂ ਤਬਾਹ ਕਰ ਹੀ ਰਹੇ ਨੇ, ਪਰ ਇਹ ਚੀਜ਼ਾਂ ਤਾਂ ਤਬਾਹ ਕਰ ਰਹੀਆਂ ਨੇ ਕਿਉਂਕਿ ਜਿਹੜੇ ਬੰਦਿਆਂ ਦੇ ਵਿੱਚ ਕਰੰਟ ਹੈ, ਜਿਨ੍ਹਾਂ ਨੇ ਕੁਛ ਕੱਲ੍ਹ ਨੂੰ ਬਣਨਾ, ਜਿਨ੍ਹਾਂ ਨੇ ਬਹੁਤ ਸਾਰੇ ਮੁੰਡੇ ਨੇ ਜਿਹੜੇ 12ਵੀਂ ਦੇ ਵਿੱਚ ਮੇਰੇ ਵਾਂਗੂ ਬੋਲਣ ਚੋਲਣ ਵਾਲੇ ਸੀ, ਤੇ ਉਹ ਕਹਿੰਦੇ ਹੁੰਦੇ ਸੀ ਵੀ ਆਪਾਂ ਕੁਛ ਇਹੋ ਜਿਹਾ ਫੀਲਡ ਕਰਾਂਗੇ, ਤੇ ਸ਼ਾਇਦ ਉਹ ਮੇਰੇ ਨਾਲ ਪੱਤਰਕਾਰੀ ਦੇ ਵਿੱਚ ਆਉਂਦੇ, ਪਰ ਉਹ ਬਾਹਰ ਚਲੇ ਗਏ। ਬਾਹਰ ਜਾ ਕੇ ਜਦੋਂ ਗੱਲ ਕਰਦੇ ਉਹਨਾਂ ਨਾਲ ਕਦੇ ਸੌਖੇ ਨਹੀਂ ਬੋਲੇ, ਔਖੇ ਹੀ ਬੋਲਦੇ ਵਿਚਾਰੇ। ਕਈ ਮੁੰਡੇ ਨੇ ਬਾਹਰ ਜਾ ਕੇ ਜਿਹਨਾਂ ਨੂੰ ਫੋਨ ਕਰਦੇ ਹੋ ਬਹੁਤ ਸੌਖੇ ਵੀ ਹੈਗੇ ਨੇ, ਜ਼ਰੂਰੀ ਗੱਲਾਂ ਨਹੀਂ ਵੀ ਇਹ ਇੱਧਰ ਇੰਡੀਆ ਦੇ ਵਿੱਚ ਹੈ ਵੀ ਬਹੁਤ ਘੱਟ ਕੁਛ। ਬਾਹਰ ਜਾਣ ਦੀ ਗੱਲ ਜਾਣਾ ਤਾਂ ਜਾਓ, ਪਰ ਤਰੀਕੇ ਤਾਂ ਸਹੀ ਅਪਣਾ ਕੇ ਜਾਈਏ। ਸੋ ਸਾਰੇ ਜਿਹੜੇ ਕਲਚਰ ਨੇ ਪੰਜਾਬ ਨੂੰ ਤਬਾਹ ਕਰ ਰਹੇ ਨੇ। ਪੰਜਾਬ ਦੀ ਰਾਜਨੀਤੀ ਤਾਂ ਪਹਿਲਾਂ ਤਬਾਹ ਕਰ ਰਹੀ ਹੈ, ਲੀਡਰ ਤਾਂ ਪਹਿਲਾਂ ਤਬਾਹ ਕਰ ਰਹੇ ਨੇ। ਅਸੀਂ ਆਪਣੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਨੇ। ਚੀਜ਼ ਨੂੰ ਰੋਕਣਾ ਚਾਹੀਦਾ, ਔਰ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇੱਕ ਇਹੋ ਜਿਹਾ ਮਤਲਬ ਕੋਈ ਇਨਫੋਰਮੇਟਿਵ ਪ੍ਰੋਗਰਾਮ ਚਲਾਉਣਾ ਚਾਹੀਦਾ, ਜਾਂ ਇਹੋ ਜਿਹਾ ਜਾਗਰੂਕਤਾ ਵਾਲਾ ਪ੍ਰੋਗਰਾਮ ਚਲਾਉਣਾ ਚਾਹੀਦਾ, ਜਾਂ ਇਹੋ ਜਿਹੇ ਕੁਝ ਰੂਲ ਬਣਾ ਦੇਣੇ ਚਾਹੀਦੇ ਨੇ ਵੀ ਤੁਸੀਂ ਇੰਨੀ ਸਾਲ ਤੋਂ ਉਮਰ ਤੋਂ ਘੱਟ ਵਿਆਹ ਨਹੀਂ ਕਰ ਸਕਦੇ। ਪੂਰਾ ਤਕੜਾ ਇਸ ਲੈਵਲ 'ਤੇ ਸਿਸਟਮ ਬਣਾਉਣਾ ਚਾਹੀਦਾ। ਪਰ ਚਲੋ 18 ਸਾਲ ਦੀ ਉਮਰ ਦਾ ਲਾਸਟ ਹੈਗਾ, ਤਾਂ ਉਹ ਕਾਨੂੰਨ ਦੁਬਾਰਾ ਤੋੜ ਕੇ ਬਣਾ ਨਹੀਂ ਸਕਦੇ। ਪਰ ਵੈਸੇ ਇੱਕ ਵਿਆਹ ਕਰਨ ਦੀ ਉਮਰ ਜਿਹੜੀ ਹੁੰਦੀ ਹੈ ਉਹ ਉਦੋਂ ਹੁੰਦੀ ਹੈ ਜਦੋਂ ਬੱਚਾ ਚੰਗੀ ਪੜ੍ਹਾਈ ਕਰ ਲੇ। 12ਵੀਂ ਤੱਕ ਕੀ ਪੜ੍ਹਾਈ ਹੈ? 12ਵੀਂ ਤੱਕ ਤਾਂ ਇਕੱਲਾ ਤੁਹਾਨੂੰ ਸੇਧ ਦਿੱਤੀ ਜਾਂਦੀ ਹੈ, ਉਦੋਂ ਬਾਅਦ ਤੁਸੀਂ ਆਪਦਾ ਸਬਜੈਕਟ ਚੁਣਦੇ ਹੋ ਕਿ ਮੈਂ ਕਿਹੜੇ ਫੀਲਡ 'ਚ ਜਾਣਾ। ਉਹਨੇ ਹਜੇ ਆਪਣਾ ਫੀਲਡ ਤਾਂ ਚੁਣਿਆ ਨਹੀਂ, ਉਹਨੂੰ ਤੁਸੀਂ ਜੀਵਨ ਸਾਥੀ ਪਹਿਲਾਂ ਚੁਣ ਕੇ ਦਿੱਤਾ, ਫਿਰ ਉਹ ਕਿਵੇਂ ਨਿਭੂਗਾ? ਸੋ ਇਹ ਚੀਜ਼ਾਂ ਕਰਕੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਆਉਂਦੀਆਂ ਨੇ, ਜੋ
ਨਹੀਂ ਆਉਣੀਆਂ ਚਾਹੀਦੀਆਂ। ਪੰਜਾਬੀਆਂ ਨੂੰ ਇਸ ਗੱਲ ਨੂੰ ਸਮਝਣ ਦੀ ਬਹੁਤ ਲੋੜ ਹੈ। ਧੰਨਵਾਦ ਬਰਾੜ ਸਾਹਿਬ, ਤੁਸੀਂ ਨੇ ਆਪਣੇ ਜੋ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇਹ ਸੀਗੇ ਸੀਨੀਅਰ ਪੱਤਰਕਾਰ ਸਾਡੇ ਗੁਰਪਾਲ ਬਰਾੜ ਸਿੰਘ ਜੀ, ਜਿਨ੍ਹਾਂ ਨੇ ਆਪਣੇ ਜਿਹੜੇ ਵਿਚਾਰ ਸੀਗੇ, ਗੱਲਾਂ ਬਾਤਾਂ ਸਾਂਝੀ ਕੀਤੀਆਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਕਿਉਂਕਿ ਜਿਹੜਾ ਮਾਹੌਲ ਹੈ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ, ਸੋਚ ਹੈ, ਮੈਂਟੈਲਿਟੀ ਹੈ ਲੋਕਾਂ ਦੀ ਬਦਲਦੀ ਜਾ ਰਹੀ ਹੈ। ਆਈਲੈਟਸ ਕਰਕੇ ਜਿਹੜੀਆਂ ਕੁੜੀਆਂ ਬਾਹਰ ਚਲੀ ਜਾਂਦੀਆਂ ਨੇ, ਉਸ ਤੋਂ ਬਾਅਦ ਮੁੰਡਿਆਂ ਨੂੰ ਛੱਡ ਜਾਂਦੀਆਂ ਨੇ। ਇਸ ਤੋਂ ਬਾਅਦ ਜੋ ਪਿੱਛੇ ਜਿਹੇ ਹਜੇ ਇੱਕ ਮੁੰਡੇ ਨਾਲ ਬੀਤੀ ਹੈ, ਜਿੱਦਾਂ ਉੱਦਾਂ ਮੁੰਡੇ ਉਹ ਸੁਸਾਈਡ ਕਰ ਲੈਂਦੇ ਨੇ, ਮਾਂ-ਬਾਪ ਮਗਰੋਂ ਤਰਸਦੇ ਨੇ, ਬੇਸ਼ੱਕ ਉਹ ਕੁੜੀ ਦੇ ਹੋਣ ਬੇਸ਼ੱਕ ਉਹ ਮੁੰਡੇ ਦੇ ਹੋਣ, ਬਹੁਤ ਜ਼ਿਆਦਾ ਦਿੱਕਤਾਂ ਹੁੰਦੀਆਂ ਨੇ ਮਾਂ-ਬਾਪ ਨੂੰ ਵੀ। ਸੋ ਅਗਲੀ ਵਾਰ ਕਿਸੇ ਹੋਰ ਟੌਪਿਕ 'ਤੇ ਵੀ ਅਸੀਂ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਾਂਗੇ। ਸੋ ਉਹਨਾਂ ਚਿਰ ਜੁੜੇ ਰਹੋ ਜ਼ਿੰਦਾਬਾਦ ਚੈਨਲ ਦੇ ਨਾਲ।